ਜਾਏ ਸਤੇ ਜੀਰਾਨ ਜਾਏ ਸਤੇ ਜੀਰਾਨ ਜਾਏ ਸਤੇ ਜੀਰਾਨ ਸਜਣ ਮੇਰੇ ਰੰਗੂਲੇ ਸਜਣ ਮੇਰੇ ਰੰਗੂਲੇ ਮੇਰੇ ਰੰਗੂਲੇ ਸਜਣ ਮੇਰੇ ਰੰਗੂਲੇ ਸਜਣ ਮੇਰੇ ਰੰਗੂਲੇ ਸੱਜਣ ਮੇਰੇ ਰੰਗਲੇ ਜਾਏ ਸੁੱਤੇ ਜੀਰਾਨ ਹੰਬੀ ਬੰਜਾ ਡੂਮਣੀ ਰੋਵਾ ਝੀਣੀ ਬਾਣ ਪਿਆਰਿਓ ਕਿਸੇ ਵੀ ਗੁਰਮੁਖ ਦਾ ਕਿਸੇ ਸਾਧੂ ਦੇ ਕਿਸੇ ਮਹਾਂਪੁਰਖ ਦੀ ਗੋਦ ਦਾ ਜਦੋਂ ਆਨੰਦ ਮਾਣਿਆ ਹੁੰਦਾ ਉਹਨੂੰ ਪਤਾ ਹੁੰਦਾ ਜਦੋਂ ਫਿਰ ਮਹਾਂਪੁਰਖ ਇਸ ਦੁਨੀਆ ਤੋਂ ਚਲੇ ਜਾਂਦੇ ਆ ਨਾ ਫਿਰ ਉਹਨੂੰ ਜਿਹੜੀ ਜ਼ਿੰਦਗੀ ਦੇ ਦਿਨ ਬੜੇ ਨਿਭਾਉਣੇ ਔਖੇ ਹੋ ਜਾਂਦੇ ਆ। ਭਾਈ ਗੁਰਜੰਟ ਸਿੰਘ ਜੀ ਦਾਸ ਨੇ ਬਹੁਤ ਚਿਰ ਮਹਾਂਪੁਰਖਾਂ ਦੀ ਗੋਦ ਦਾ ਆਨੰਦ ਮਾਣਿਆ। ਕਈ ਵਾਰੀ ਦੀਵਾਨਾਂ ਦੇ ਵਿੱਚ ਦੇਖਦੇ ਹਾਂ, ਦੀਵਾਨ ਮਹਾਂਪੁਰਖਾਂ ਦੇ ਸੁਣਦੇ ਰਹਿੰਦੇ ਹਾਂ। ਸਾਧ ਸੰਗਤ ਜੀ ਜਿਹੜਾ ਉਹ ਆਨੰਦ ਸੀ ਉਹ ਆਨੰਦ ਜ਼ਿੰਦਗੀ ਦੇ ਵਿੱਚ ਕਦੇ ਵੀ ਨਹੀਂ ਮਿਲਣਾ ਜਿਹੜਾ ਕਿਸੇ ਸਾਧੂ ਦੀ ਗੋਦ ਦੇ ਵਿੱਚ ਮਿਲ ਜਾਂਦਾ। ਸਾਧੂ ਕੋਲੇ ਮਹਾਂਪੁਰਖਾਂ ਕੋਲੇ ਰਹਿਣਾ ਬੜਾ ਔਖਾ ਹੈ। ਬਾਬਾ ਰਾਣਾ ਜੀ ਤਕਰੀਬਨ ਮਹਾਂਪੁਰਖ ਬਾਬਾ ਨਰੈਣ ਸਿੰਘ ਜੀ ਮੋਹਨੀ ਇਹਨਾਂ ਨੂੰ ਬਹੁਤ ਪਿਆਰ ਕਰਦੇ ਸੀ। ਇੱਕ ਰੰਗੀ ਰੂਹ ਸੀ। ਪਿਆਰਿਓ ਅੱਜ ਉਹ ਗੱਲਾਂ ਵੀ ਯਾਦ ਆ ਰਹੀਆਂ ਨੇ ਜਿਹੜੀਆਂ ਜ਼ਿੰਦਗੀ ਦੇ ਵਿੱਚ ਬੀਤੀਆਂ ਨੇ। ਇੱਕ ਵਾਰੀ ਮੈਂ ਥੋੜੇ ਜਿਹੇ ਬਸ ਦੋ ਸ਼ਬਦਾਂ ਦੇ ਵਿੱਚ ਹੀ ਸਮਾਪਤੀ ਕਰਦਾ। ਇੱਕ ਵਾਰੀ ਬਾਬਾ ਜੀ ਬਾਬਾ ਰਾਣਾ ਜੀ ਬਾਹਰ ਬੈਠੇ ਆ, ਉਹ ਜਿੱਥੇ ਗੁਰਦੁਆਰਾ ਸਾਹਿਬ ਦੇ ਮੂਹਰੇ ਟਿੱਬਾ ਸਾਹਿਬ ਦੇ ਮੂਹਰੇ ਪਿੱਪਲ ਆ ਨਾ ਉੱਥੇ ਬੈਠੇ ਆ ਥੜੇ। ਦੇਖੋ ਸਾਧੂ ਬੋਲੇ ਸਹਿਜ ਸੁਭਾਅ ਸਾਧੂ ਕਾ ਬੋਲਿਆ ਬਿਰਥਾ ਨਾ ਜਾਏ। ਜਿਹਨੂੰ ਇਹਨਾਂ ਬਾਰੇ ਪਤਾ ਸੀ ਨਾ ਵੀ ਇੱਕ ਰੰਗੀ ਰੂਹ ਹੈ, ਆਮ ਆਪਾਂ ਨੂੰ ਲੋਕਾਂ ਨੂੰ ਨਹੀਂ ਸੀ ਪਤਾ। ਦੇਖੋ ਬੱਸਾਂ ਵਾਲੇ ਸਾਰਾ ਦਿਨ ਘੁਮਾਈ ਜਾਂਦੇ ਬਾਬਾ ਜੀ ਨੂੰ, ਕਿਤੇ ਉੱਧਰ ਲੈ ਗਏ ਕਿਤੇ ਉੱਧਰ ਲੈ ਗਏ, ਸਾਰਾ ਦਿਨ ਬੱਸਾਂ ਦੇ ਵਿੱਚ ਹੀ ਫਿਰਦੇ ਰਹਿੰਦੇ। ਬਾਹਰ ਬੈਠੇ ਨੇ ਪਿੱਪਲ ਦੇ ਥੱਲੇ ਆਪਦੀ ਮਸਤੀ ਦੇ ਵਿੱਚ ਬੈਠੇ ਆ। ਦਾਸ ਰੌਲ ਲਾ ਕੇ ਅੰਦਰੋਂ ਦਰਬਾਰ ਸਾਹਿਬ ਤੋਂ ਮੈਂ ਬਾਹਰਲੇ ਪਾਸੇ ਆਇਆ। ਮੈਂ ਆ ਕੇ ਕੋਲੇ ਬਹਿ ਗਿਆ। ਬਾਬਾ ਜੀ ਬਾਬਾ ਰਾਣਾ ਜੀ ਅੱਜ ਮੇਰੇ ਕੋਲੇ ਪੈਸੇ ਨਹੀਂ ਹੈ। ਮੈਂ ਕਿਹਾ ਪੈਸੇ ਮੁੱਕੇ ਪਏ। ਗੀਜੇ ਚੋਂ ਹੱਥ ਕੱਢਿਆ, ਮੈਨੂੰ ਕਹਿੰਦਾ ਲੈ ਭਰਤੀ ਝੋਲੀ, ਲੈ ਭਰਤੀ ਝੋਲੀ ਤੇ। ਮੈਂ ਇਹ ਪ੍ਰਤੱਖ ਨੂੰ ਪ੍ਰਮਾਣ ਪਿਆਰਿਓ ਇਹ ਗੱਲ ਜਮਾਂ ਸੱਚੀ ਹੈ। ਮੈਂ ਕੋਲੇ ਬੈਠਾ ਜੇ ਉਹਨੇ ਇੱਕ ਤਪੇ ਤੋਂ ਸਿੰਘ ਆਇਆ, ਕਹਿੰਦਾ ਬਾਬਾ ਜੀ ਆਨੰਦ ਕਾਰਜ ਕਰਾਉਣੇ। ਮੈਨੂੰ ਕਹਿੰਦਾ ਆਨੰਦ ਕਾਰਜ ਕਰਾਉਣੇ ਬੇਟੀ ਦੇ ਹੁਣੇ ਹੀ, ਤੁਸੀਂ ਚੱਲੋ। ਮੈਂ ਗਿਆ, ਮੈਂ ਉਹਨੂੰ ਕਿਹਾ ਵੀ ਠੀਕ ਹੈ ਆਨੰਦ ਕਾਰਜ ਅਸੀਂ ਕਰਾ ਕੇ ਆਏ। ਉਹਨਾਂ ਨੇ ਮੈਨੂੰ 500 ਰੁਪਇਆ ਆਨੰਦ ਕਾਰਜਾਂ ਦਾ ਦਿੱਤਾ। ਉਦੋਂ ਥੋੜੇ ਪੈਸੇ ਹੁੰਦੇ ਸੀ। 500 ਰੁਪਇਆ ਜਦੋਂ ਦਿੱਤਾ ਉਹਨਾਂ ਦੇ ਵਿੱਚੋਂ ਮੈਂ ਬਾਬਾ ਜੀ ਵਾਸਤੇ ਬਾਬਾ ਰਾਣਾ ਜੀ ਵਾਸਤੇ ਸਮੋਸੇ ਲੈ ਆਇਆ। ਸਮੋਸੇ ਲਿਆ ਕੇ ਮੈਂ ਜਦੋਂ ਫੜਾਏ, ਮੈਂ 50 ਰੁਪਈਆਂ ਦਾ ਨੋਟ ਫੜਾਤਾ ਉਹਨੂੰ ਇੱਕ। ਮੈਂ ਕਿਹਾ ਲੈ ਬਾਬਾ ਆ 50 ਰੁਪਏ ਲੈ ਲਾ। ਉਹਨੇ ਮੇਰੇ ਕੋਲੇ ਫੜ ਕੇ ਨਾ ਉਹਦੇ ਦੋ ਟੋਟੇ ਕਰਤੇ, ਪਾੜਤਾ ਵਿਚਾਲੇ। ਮਾਇਆ ਦੇ ਨਾਲ ਉਹਨਾਂ ਦਾ ਕੋਈ ਪਿਆਰ ਨਹੀਂ ਸੀ। ਦੋ ਟੋਟੇ ਕਰਤੇ। ਮੈਂ ਆਖਿਆ ਵੀ ਇਹ ਪਾੜ ਤੇ। ਮੈਨੂੰ ਕਹਿੰਦਾ ਇਹ ਲੈ ਜਾ ਪਰ ਇਹ ਨਹੀਂ ਮੈਂ ਰੱਖਣਾ। ਸਾਧ ਸੰਗਤ ਜੀ ਜਿਹੜਾ ਉਹਨਾਂ ਦਾ ਪਿਆਰ ਸੀ ਨਾ
हर एक बंदे नूं ये सोचना चाहिए भी जिहड़ा मेरे पिछे मैं आपदा जीवन बिताया है, मेरे ते दिन लंघे ने, वो किहो जे लंघे ने, वो समा याद करना चाहिए हर एक नूं। वो समा भुलना नहीं चाहिए। कई बार इहो जे गरीबी के दिन आ जाते हैं, आपां नूं रोटी भी नहीं नसीब होंदी, वो भी किते गुरुद्वारे जाके खानी पैंदी है। वो समा याद रखना चाहिए। अज महापुरखों दी वो यादां बाबा जी कोल रहे हैं, समा बहुत बतीत होया, भाई साहब जी बैठे ने, सानू बहुत प्यार भी महापुरखों ने बहुत दिता, कसवटियां भी बड़ियां लाइया। इस करके मैं खिमा का जाचक हाँ। आओ इन्हों तो आप प्रवचन सुनिए, क्योंकि मैं तो हाजरी लवाउणी सी, भाई साहब जी ने अनाउंसमेंट करती, इस करके दो शब्द पढ़े ने। तो आओ इन्नी हाजरी प्रवान करो। समा अपने को थोड़ा, इस करके महापुरख भी पहुँचने वाले आप इन्हों तो प्रवचन श्रवण करने हैं। तो इतनी हाजरी लवाओ। वाहिगुरू जी का खालसा, वाहिगुरू जी की फतेह। श्री वाहिगुरु जी एक ओंकार सतनाम करता पुरख निरभव निर्वैर अकाल मूर्ति अजूनी सबं गुर प्रसाद जप आद सच जुगाद सच है सच नानक होसी भी सच आसा वसा संत का बर्मा लिखे न लेख शंकर की तो क्या गति खट कैसे लिख ले खड़खंडा सियर कर धर्म रक्षतक क्षत्रि विषभ पाल पाल पक्ष पाल पक्षरण का क्षत्रि राजमंडा प्रचंडा ईश्वरी कारवार है शक्त वर्मी वैष्णवी भानी तू तरवार है नित ज्योति मुक्त दायक धारा धर कृपान है चंड का मंड का मृत का जग जननी काल का गुण खान है पवमान का फलहान का रतमान का जगमान है कवच वर्मा कोवती से पड़ा युद्ध क्षत्रि रणजीत रहदर पीतर है रिद सिद्ध पावेत्री वह वेद भेद जो पड़ा विपर वैष्णव धन सुख संपता तन तान तन अरोग शुद्र पाए सुख कंपता है बोला हर गोविंद का सुनो खालसा वीर फतेह पावो मैदान में पकड़ा हाथ शमशीर ऐसिया गुरा तो जी मैं बल बल जान ऐसिया गुरा तो मैं बल बल जान ऐसिया गुरा तो जी मैं बल बल ऐसिया गुरा तो जी मैं बल बल ऐसिया गुरा तो मैं बल बल जान बल बल जान जी मैं बल बल जान बल बल जान बल बल जान जी मैं बल बल जान बल 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 जामा बल बल जामा बल बल जामा जी मैं बल बल जी मैं बल बल
ਬਲ ਜਾਵਾਂ ਜੀ ਮੈਂ ਬਲ ਰਾਮਾ ਜੀ ਮੈਂ ਬਲ ਰਾਮਾ ऐसे तो मैं बल ऐसे तो मैं बल ऐसे संत सहाई जी के पंगल धारणहार सत्य उसके जानिए नानक नाम प्यार परम सत्कार जो गुरु की साज के नवाजी सतगुरु जी कितने भी माई भाई सर्वे का नाथ बालिए दो जहान कृपा दे सागर रहा दे दाते दयालु ते कृपालु धन 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 साहिब श्री गुरु ग्रंथ साहिब महाराज जी दे पावन दे पवित्र चरणों दे विच अपने मनुखा जीवन को सफला बनाने वास्ते श्री गुरु ग्रंथ साहिब महाराज जी रबी बाणी दे भोग परसों रोए तो लैके जो श्री अखंड पाठ साहिब प्रारंभ सन उपरंत गुरु के प्यारिਆਂ पासों अति सत्कार जो मेरे बड़े वीर भाई बलजीत सिंह जी जो धन धन बाबा गुरदित्ता जी के पवित्र स्थान के हेड ग्रंथी साहब जिन्होंने आप जी के नाल बाबा राणा जी उन्होंने जीवन के परथाए कुछ बचन साझे किए हैं आओ उन्होंने धन्यवाद भी किया जाता है प्रबंधकों वालों भी दासां वालों भी जिन्होंने अपने कीमती समय विचों भावे वो कह रहे से उत्थे गुरु घर असीं जाके हाजिरी भरनी है चलो उत्थे ड्यूटी भी है वो भी जरूरी है पर वो बहुत बहुत धन्यवाद उन्होंने अब जी बचनों की सांझ संत बाबा नारायण सिंह जी मोनी महापुरखों को याद करते हुए बहुत वधिया बचन सुनाए। साधु को रहना बहुत औखा है, होवे कोई साधु अज वर्गे ना बूबने जोड़े बेले फिरते ने ना हो साधु होवे जिन्होंने भगत जी कहते किसी की कनौड़ नहीं रखते किसी के पैर थले नहीं लेंगे। इतों तक भी सानू कह देंगे जथा बहुत सी 7-8 जने होंगे सी नाल सानू सारिਆਂ ਨੂੰ ਗੱਡੀ 'ਚ ਉਤਾਰ ਦੇ ਉਤਰੋ थले थले ਗੱਡੀ 'ਚ मेरे अभी सोचना भी दीवान है सानू सारिਆਂ ਨੂੰ थले कहते पीपा बजा के ना पीपा खाली पीपा बजा के वो कीर्तन करेंगे इनू कहते भै काहू को देतना नह पैमानते नहीं तो अज बेचारे बाबे को चिमटे वाले जी को ढोलकिया जी मिन्नतां ही करदा फिरिया क्योंकि पल्ले नहीं ना कुछ। सार कतावली वाले लिखिया वो कहते बन बन मैं चंद्र नहीं गिर गिर मानक नाहे गज गज मैं मोतिनी संत ना पुरपुरमा। ये उदाहरण लै लो जिवें एक समय विच एक प्रधानमंत्री हुंदा वाले तो नहीं हुंदे इक्को ही हुंदा। अज दे समय विच जे सोचीए अध्यात्मिक तौर पर साढ़े प्रधानमंत्री कौन ने धन श्री गुरु ग्रंथ साहिब महाराज जिन्हों की गोद में आप बैठे जितने भी साध ने बाबे ने बूबने ने सारे भै के सागर भै सागर अज हर एक मनुख भै के सागर के है पर साधु जोड़े ने वो भै के सागर तो दूर ने जिधर मर्जी ले लो उन्होंने उधर ही चले जाए। असी तुरे जाने सड़क के उत्ते तां भी भै के सागर के डर है मन में
ਕਿਤੇ ਕੋਈ ਪਿੱਛੋਂ ਲਿਆ ਕੇ ਨਾ ਠੋਕੇ, ਕਿਤੇ ਕੋਈ ਅੱਗੋਂ ਨਾ ਠੋਕੇ। ਭੈ ਦਾ ਸਾਗਰ। ਪਰ ਸਾਧੂ ਕੀ ਕਹਿੰਦੇ ਨੇ? ਮੋਹ ਮਰਨੇ ਕਾ ਚਾਹੋ ਹੈ ਮਰੋ ਤਾਂ ਹਰ ਕੇ ਦੁਆਰ। ਸਾਧੂ ਇਹ ਕਹਿੰਦੇ ਨੇ ਸਾਨੂੰ ਮਰਨ ਤੋਂ ਬਾਅਦ ਕੋਈ ਡਰ ਨਹੀਂ ਹੈ। ਤੇ ਅੱਜ ਅਸੀਂ ਭੈ ਦੇ ਸਾਗਰ ਦੇ ਵਿੱਚ ਹੈ। ਜਦੋਂ ਇਸ ਦੇ ਵਿੱਚ ਦੀ ਅਸੀਂ ਲੰਘੇ ਨਾ, ਭੈ ਦੇ ਸਾਗਰ ਨੂੰ ਪਾਰ ਕਰ ਗਏ, ਫਿਰ ਉਹਨੂੰ ਕਹਿ ਦੋ ਵੀ ਇਹ ਕੋਈ ਸੰਤ ਹੈ, ਕੋਈ ਮਹਾਤਮਾ ਹੈ, ਪੂਰਨ ਜੋਗੀ ਹੈ ਕੋਈ। ਇਸ ਕਰਕੇ ਅੱਜ ਦੇ ਸਮੇਂ ਵਿੱਚ ਸਾਧੂ ਦਾ ਬਣਨਾ ਬਹੁਤ ਹੀ ਔਖਾ ਹੈ। ਸਾਧੂ ਦੀ ਧੂੜੀ ਬਣ ਜੇ ਮਨੁੱਖ ਉਹੀ ਬਹੁਤ ਹੁੰਦਾ। ਸਤਿਗੁਰ ਦੇ ਚਰਨਾਂ ਦੀ ਕੋਈ ਧੂੜੀ ਬਣ ਜੇ ਨਾ, ਉਹੀ ਬਹੁਤ ਚੰਗਾ ਹੁੰਦਾ। ਪਰ ਜਿਹੜੀ ਮਾਰ ਅਸੀਂ ਕਹਿ ਲਓ ਵੀ ਇੱਕ ਚੰਗੇ ਵਧੀਆ ਪ੍ਰੋਫੈਸਰ ਕੋਲ, ਆਮ ਨਹੀਂ ਵੀ ਜਿਹੜਾ ਉਡਾੜਾ ਜਿਹਾ ਪੜ੍ਹਿਆ ਹੋਇਆ ਉਹ ਮਾਸਟਰ ਕੋਲੇ ਰਹੇ ਹੋਏ ਸੀ। ਚੰਗਾ ਵਧੀਆ ਤਕੜਾ ਪ੍ਰੋਫੈਸਰ ਸੀ ਸੰਤ ਬਾਬਾ ਨਰੈਣ ਸਿੰਘ ਜੀ ਮੋਨੀ ਮਹਾਂਪੁਰਖ। ਇਸ ਤੌਰ ਤੇ ਦੇਖੋ, ਸਾਰ ਤੌਰ ਤੇ ਨਾ ਦੇਖੋ। ਜਿਹੜਾ ਕਿਸੇ ਰਾਜੇ ਮਹਾਰਾਜੇ ਦੀ ਭੈ ਹੀ ਨਹੀਂ ਸੀ ਕਰਦਾ। ਬਸ ਇਹ ਕਰੇ ਕੋਈ ਮਹਾਰਾਜਾ ਵੱਡਾ ਤੋਂ ਵੱਡਾ ਆ ਜਾਂਦਾ, ਉਹਦੀ ਭੈ ਨਹੀਂ ਸੀ ਕਰਦੇ। ਉਹਦੀ ਕਲਾਸ ਦੇ ਵਿੱਚ ਅਸੀਂ ਪੜ੍ਹੇ ਹੋਏ ਹਾਂ, ਥੋੜਾ ਜਿਹਾ ਸਿੱਖਿਆ ਲਈ ਹੈ। ਫਿਰ ਕਿਹਾ ਵੀ ਸੀ, ਜਦੋਂ ਸੁਨਿਆਰ ਵੀਰ ਸੋਨਾ ਬਣਾਉਂਦਾ ਨਾ, ਸੋਨਾ ਇੱਕ ਵਾਰੀ ਉਹਦੇ ਵਿੱਚ ਇੱਕ ਚੁਟਕੀ ਸੁਹਾਗੇ ਦੀ ਪਾ ਕੇ ਉਹਨੂੰ ਪਾਣੀ ਬਣਾ ਦਿੰਦਾ ਇੱਕ ਵਾਰੀ। ਉਦੋਂ ਬਾਅਦ ਫਿਰ ਉਹ ਜਿਹੜਾ ਸੋਨਾ ਨਾ ਪਾਣੀ ਬਣ ਗਿਆ, ਉਹ ਫਿਰ ਗਹਿਣਾ ਬਣ ਜਾਂਦਾ, ਚੰਗਾ ਵਧੀਆ ਗਹਿਣਾ। ਉਹ ਬਣਿਆ ਹੋਇਆ ਗਹਿਣਾ ਕਿਸੇ ਬੀਬੀ ਦੇ ਕੰਨਾਂ ਦਾ, ਕਿਸੇ ਭੈਣ ਦੇ ਗਲ ਦਾ ਸ਼ਿੰਗਾਰ ਬਣ ਜਾਂਦਾ, ਕਿਸੇ ਭਰਾ ਦੀ ਉਂਗਲੀ ਦਾ ਸ਼ਿੰਗਾਰ ਬਣ ਜਾਂਦਾ। ਅਗਲਾ ਕਹਿੰਦਾ ਛਾਪ ਕਿੰਨੀ ਸੋਹਣੀ ਪਾਈ ਹੈ। ਕਿਸੇ ਬੀਬੀ ਦੇ ਗਲ ਵਿੱਚ ਵਧੀਆ ਹਾਰ ਪਾਇਆ, ਕੰਨਾਂ ਵਿੱਚ ਜਿਹੜੇ ਉਹ ਪਾਏ ਹੋਏ ਨੇ ਕਿੰਨੇ ਵਧੀਆ ਲੱਗਦੇ ਨੇ। ਪਰ ਵਧੀਆ ਬਣਨ ਵਾਸਤੇ ਉਹਨੂੰ ਪੁੱਛੋ ਤੂੰ ਕਿੰਨੇ ਕੁ ਦੁੱਖ ਝੱਲੇ ਨੇ। ਹੁਣ ਅਸੀਂ ਪਿੱਛੇ ਚੌਲ ਵੱਡੇ ਨੂੰ ਕਣਕ ਬੀਜੀ ਹੈ ਨਾ, ਚੌਲ ਉਹ ਪਾਏ ਹੋਏ, ਖੀਰ ਬਣੀ ਹੋਈ ਕਿਸੇ ਨੇ ਕੌਲੀ ਵਿੱਚ ਪਾਤੀ, ਕਿਸੇ ਨੇ ਥਾਲ ਵਿੱਚ ਪਾਤੀ। ਚਮਚਾ ਭਰ ਕੇ ਜਦੋਂ ਮੁੱਖ ਵਿੱਚ ਪਾਉਣ ਲੱਗੇ ਨਾ, ਕਿਹਾ ਵੀ ਬਹੁਤ ਆਨੰਦ ਆਇਆ, ਬੜੇ ਵਧੀਆ ਚੌਲ ਬਣੇ, ਖੀਰ ਬੜੀ ਸਵਾਦ ਬਣੀ ਹੈ। ਚਿੱਟੀ ਦੁੱਧ ਹੈ, ਚਿੱਟਾ ਦੁੱਧ ਹੈ ਤੇ ਚਿੱਟੇ ਹੀ ਚੌਲ ਨੇ, ਦੋਨੋਂ ਹੀ ਚਿੱਟੇ ਨੇ, ਵਧੀਆ ਬਣਦੀ ਹੈ ਖੀਰ। ਪਰ ਉਹ ਵਿਦਵਾਨ ਨੇ ਕਿਹਾ ਇਸ ਖੀਰ ਨੂੰ ਪੁੱਛ ਪਹਿਲਾਂ ਕਿੰਨੇ ਕੁ ਦੁੱਖ ਝੱਲੇ ਨੇ ਤੇਰੇ ਕੋਲੇ ਆਉਣ ਵਾਸਤੇ, ਤੇਰੇ ਕੋਲ ਚਮਚੇ ਚ ਪਾ ਕੇ ਮੂੰਹ ਵਿੱਚ ਪਾਉਣ ਵਾਸਤੇ ਇਹਨਾਂ ਨੂੰ ਪੁੱਛ ਕਿੰਨੇ ਕੁ ਦੁੱਖ ਝੱਲੇ ਨੇ। ਜਿਵੇਂ ਬੁੱਲੇ ਸਾਹਿਬ ਬਾਬਾ ਜੀ ਤੁਰੇ ਜਾਂਦੇ ਨੇ, ਇੱਕ ਨੌਜਵਾਨ ਲੜਕੀ, ਸੂਹੇ ਵਧੀਆ ਬਸਤਰ ਪਾਏ ਹੋਣੇ, ਨਵੀਂ ਸੱਜ ਵਿਆਹੀ ਲੜਕੀ ਹੈ, ਉਹਦੀ ਕੱਛ ਦੇ ਵਿੱਚ ਨਾ ਘੜਾ ਦਿੱਤਾ, ਘੜੇ ਦੇ ਉੱਪਰ ਦੀ ਬਾਂਹ ਪਾਈ ਹੋਈ ਹੈ। ਬਾਬਾ ਜੀ ਤੁਰੇ ਜਾਂਦੇ ਨੇ, ਜਾਂਦੇ ਜਾਂਦੇ ਬਾਬਿਆਂ ਨੇ ਬਾਜ਼ ਮਾਰੀ, ਨੇਕ ਨਸੀਬ ਤੇਰੇ ਹੋਏ ਘੜਿਆ, ਚੜਿਆ ਜਾਂਦਾ ਢਾਕ ਪਰਾਈ। ਕਹਿੰਦੇ ਆ ਪਰਾਈ ਢਾਕ ਤੈਨੂੰ ਲੜਕੀ ਨਾ ਉੱਪਰ ਦੀ ਗਲ ਦੇ ਉੱਪਰ ਦੀ ਪਾ ਕੇ ਲਈ ਜਾਂਦੀ ਹੈ, ਚੜਿਆ ਜਾਂਦਾ ਢਾਕ ਪਰਾਈ, ਚੂੜੇ ਵਾਲੀ ਬਾਂਹ ਸੱਜਣਾ ਦੀ ਜਾਂਦਾ ਗਲ ਵਿੱਚ ਪਾਈ। ਬਾਬੇ ਬੁੱਲੇ ਜੀ ਨੇ ਕਿਹਾ, ਉਹ ਕਹਿਣ ਲੱਗੇ ਵੀ ਗੱਲ ਤਾਂ ਤੇਰੀ ਸਹੀ ਹੈ। ਘੜੇ ਨੇ ਕਿਹਾ ਬਾਬਿਆ ਬਿਲ ਹੈਗਾ ਟਾਈਮ? ਹਾਂ। ਕਹਿੰਦਾ ਆ ਜਾ ਪਹਿਲਾਂ ਮੇਰੇ ਕੋਲੇ ਆ ਜਾ। ਬਾਬੇ ਬੁੱਲੇ ਸ਼ਾਹ ਕੋਲੇ ਜਾ ਕੇ ਘੜੇ ਕੋਲੇ ਬੈਠ ਗਿਆ। ਕਹਿੰਦਾ ਗੱਲ ਸੁਣ, ਪਹਿਲਾਂ ਬਾੜ ਕਹੀਆਂ ਦੀ ਖਾਧੀ, ਫਿਰ ਘਰ ਘਮਿਆਰਾ ਆਏ। ਐਵੇਂ ਜੀ ਕਹਿੰਦਾ ਮੈਂ ਜਿਹੜੀ ਬਾਂਹ ਪਾਈ ਫਿਰਦਾ, ਤੂੰ ਕਹਿੰਦਾ ਨਾ ਵੀ ਬਾਂਹ ਪਾ ਲਈ ਲੜਕੀ ਨੇ। ਗੱਲ ਸੁਣ, ਪਹਿਲਾਂ ਬਾੜ ਕਹੀਆਂ ਦੀ ਖਾਧੀ, ਜਿਹੜੀ ਵਧੀਆ ਮਿੱਟੀ ਹੈ ਨਾ, ਵਧੀਆ ਮਿੱਟੀ ਉਹ ਥੋੜੀ ਥੋੜੀ ਪੱਟੀ ਜਾਂਦੀ ਹੁੰਦੀ। ਜੇ ਆਪਾਂ ਕੋਠਿਆਂ ਦੇ ਪੌਦੇ ਜਾ ਕੇ ਘਮਿਆਰ ਵੀਰ ਭਾਂਡੇ ਬਣਾਉਂਦੇ, ਜਿਹੜੀ ਮਿੱਟੀ ਨਾ ਉਹ ਥੋੜੀ ਥੋੜੀ ਮਿੱਟੀ ਪੱਟੀ ਜਾਂਦੀ। ਕਹਿੰਦਾ ਪਹਿਲਾਂ ਬਾੜ ਕਹੀਆਂ ਦੀ ਖਾਧੀ, ਫਿਰ ਘਰ ਘਮਿਆਰਾ ਆਏ। ਕਹਿੰਦਾ ਥੋੜਾ ਥੋੜਾ ਕਰਕੇ ਮੈਨੂੰ ਪੱਟਿਆ ਗਿਆ, ਫਿਰ ਬੱਠਲ ਭਰਿਆ, ਉਹਦੇ ਉੱਤੇ ਮਾਰਿਆ ਲਿਆ ਕੇ ਰੇੜੇ ਉੱਤੇ। ਉਦੋਂ ਬਾਅਦ ਫਿਰ ਜੀ ਉਹ ਕੀ ਕਰਿਆ, ਉਹਨੂੰ ਕੁੱਟਿਆ ਲਿਆ ਕੇ ਘਰ ਦੇ ਵਿੱਚ। ਪਹਿਲਾਂ ਬਾੜ ਕਹੀਆਂ ਦੀ ਖਾਧੀ, ਫਿਰ ਘਰ ਘਮਿਆਰਾ ਆਏ। ਪਾਣੀ ਪਾ ਰਲ ਗਾਰਾ ਹੋਏ, ਅਸੀਂ ਚੱਕ ਤੇ ਸੀਸ ਕਟਾਏ। ਕਹਿੰਦੇ ਫਿਰ ਬਰੀਕ ਕਰ ਲਿਆ ਜਮਾਇਆ, ਫਿਰ ਉਹਦੇ 'ਚ ਪਾਣੀ ਪਾ ਲਿਆ, ਫਿਰ ਲੱਤਾਂ ਮਾਰ ਮਾਰ ਕੇ ਮਿੱਟੀ। ਦੇਖਿਆ ਤੁਸੀਂ ਘਮਿਆਰ ਵੀਰ ਆਪਣੇ ਹੈਗੇ ਪਿੰਡ ਦੇ ਵਿੱਚ ਕਿਵੇਂ ਮਿੱਟੀ ਗੁੰਨਦੇ ਨੇ। ਕਹਿੰਦੇ ਫਿਰ ਉਹਨੂੰ ਚੰਗੀ ਤਰ੍ਹਾਂ ਗੁੰਨਿਆ, 3-4 ਦਿਨਾਂ ਲੱਤਾਂ ਪੈਂਦੀਆਂ ਰਹੀਆਂ। ਫਿਰ ਮਿੱਟੀ ਦਾ ਬਣਾ ਕੇ ਉਹਨੂੰ ਚੱਕ ਦੇ ਉੱਤੇ ਰੱਖ ਦਿੱਤਾ। ਚੱਕ ਦੇ ਉੱਤੇ ਲਾ ਕੇ ਉਹ ਡੰਡਾ ਫੇਰ ਕੇ ਉਹਦੇ ਵਿੱਚ ਚੱਕ ਨੂੰ ਘੁਮਾ ਦਿੱਤਾ। ਫਿਰ ਉਹਦਾ ਭਾਂਡਾ ਬਣਾਇਆ। ਅਸੀਂ ਚੱਕ ਤੇ ਸੀਸ ਕਟਾਏ। ਕਹਿਣ ਲੱਗੇ ਇਸ ਤਰ੍ਹਾਂ ਨਹੀਂ ਵੀ ਐ ਸੌਖਾ ਹੀ ਬਣ ਗਿਆ। ਕਹਿੰਦੇ ਫਿਰ ਵੀ ਘਮਿਆਰ ਵੀਰ ਨੇ ਭਾਂਡਾ ਬਣਾ ਕੇ ਉਹ ਜਦੋਂ ਰੱਖ ਦਿੱਤਾ ਮਿੱਟੀ ਦਾ, ਫਿਰ ਧੁੱਪ ਲੱਗੀ ਚੰਗੀ ਤਰ੍ਹਾਂ, ਧੁੱਪ ਦੇ ਵਿੱਚ ਸੁਕਾਇਆ। ਧੁੱਪ ਦੇ ਵਿੱਚ ਸੁਕਾ ਕੇ ਕਹਿੰਦੇ ਫਿਰ ਵੀ ਉਹਨੂੰ ਯਕੀਨ ਨਾ ਹੋਇਆ। ਕਹਿੰਦੇ ਫਿਰ 8 ਪਹਿਰ ਅੱਗ ਹਿਜਰ ਦੀ ਸਾੜੀ। ਕਹਿੰਦੇ ਫਿਰ ਘਮਿਆਰ ਨੇ ਆਵੇ ਦੇ ਵਿੱਚ ਪਾ ਦਿੱਤੇ ਭਾਂਡੇ। ਫਿਰ 8 ਪਹਿਰ
ਦਿਨ ਤੇ ਰਾਤ ਦੇ, 4 ਪਹਿਰ ਦਿਨ ਦੇ 4 ਪਹਿਰ ਰਾਤ ਦੇ। ਕਹਿੰਦੇ ਅੱਗ ਦੇ ਵਿੱਚ ਸਾੜਿਆ ਮੈਨੂੰ ਚੰਗੀ ਤਰ੍ਹਾਂ। 8 ਪਹਿਰ ਅੱਗ ਹਿਜਦੀ ਸਾੜੀ, ਅਸੀਂ ਉੱਥੇ ਰੰਗ ਵਟਾਏ। ਕਹਿੰਦੇ ਫੇਰ ਰੰਗ ਵਟਿਆ, ਫੇਰ ਕੱਢ ਕੇ ਘੁਮਿਆਰ ਵੀਰ ਨੇ ਭਾਂਡਾ, ਫੇਰ ਵੀ ਯਕੀਨ ਨਹੀਂ ਆਇਆ। ਫਿਰ ਉਹਦੇ ਠੋਲਾ ਮਾਰ ਕੇ ਦੇਖਿਆ ਪੱਕ ਗਿਆ ਕਿ ਕੱਚਾ ਹੈ। ਜੇ ਤਾਂ ਕੱਚਾ ਚੱਕ ਕੇ ਪਰਾਂ ਮਾਰੂ, ਜੇ ਪੱਕ ਗਿਆ ਫਿਰ ਉਹਨੇ ਫਿਰ ਕੀ ਕਰਿਆ? ਕਹਿੰਦੇ ਫਿਰ ਉਹਨੇ ਧਰ ਲਿਆ ਰੇੜੇ ਉੱਤੇ, ਫਿਰ ਗਲੀ ਗਲੀ ਫਿਰ ਹੋਕਾ ਦਿੱਤਾ। ਗਲੀ ਗਲੀ ਵਿੱਚ ਜਾ ਕੇ ਕਿਹਾ ਭਾਂਡੇ ਲੈ ਲਓ, ਭਾਂਡੇ ਲੈ ਲਓ। ਗਲੀ ਗਲੀ ਫਿਰ ਹੋਕਾ ਦਿੱਤਾ। ਫਿਰ ਘਰ ਸੱਜਣਾ ਦੇ ਆਏ। ਕਹਿੰਦੇ ਫਿਰ ਉਹਨੂੰ ਸਾਰੇ ਘਰ ਘਰ ਵਿੱਚ ਜਾ ਕੇ ਗੇੜਾ ਦਿੱਤਾ ਕਿ ਜਿਹਨੂੰ ਲੋੜ ਸੀ ਭਾਂਡਿਆਂ ਦੀ ਲੈ ਲਈ। ਕਹਿੰਦੇ ਫਿਰ ਪਾਣੀ ਕੱਢਣ ਵਾਸਤੇ ਪੁਰਾਤਨ ਸਮੇਂ ਦੀ ਗੱਲ ਹੈ, ਜਿੱਦਾਂ ਸੁੱਖ ਸਾਧਨ ਬਹੁਤ ਹੈ ਪਾਣੀ। ਕਹਿੰਦੇ ਫਿਰ ਉਹ ਘੜੇ ਦੇ ਉੱਤੇ ਰੱਸਾ ਬੰਨ੍ਹ ਲਿਆ ਬੀਬੀ ਨੇ, ਭੈਣ ਨੇ। ਕਹਿੰਦੇ ਫਿਰ ਅਸੀਂ ਨਾ ਉਹ ਗਿਣ ਗਿਣ ਗੋਤੇ ਲਾਏ। ਕਹਿੰਦੇ ਖੂਹ ਦੇ ਵਿੱਚ ਆਏ ਚੱਕ ਕੇ ਥੱਲੇ ਮਾਰ ਦਈਏ, ਭੈਣ ਭਰਦਾ ਨਹੀਂ ਕੱਢਣਾ, ਫਿਰ ਥੱਲੇ ਮਾਰਦੇ, ਫਿਰ ਚੱਕ ਦਈਏ। ਕਹਿੰਦੇ ਕਿ ਇੰਨੇ ਦੁੱਖ ਝੱਲ ਝੱਲ ਕੇ ਬੋਲਿਆ ਅਸੀਂ ਢਾਕ ਮਹਿਬੂਬ ਦੀ ਆਏ। ਕਹਿੰਦੇ ਫਿਰ ਉਹ ਨਾ ਜਦੋਂ ਘੜੇ ਨੂੰ ਪਾਣੀ ਦੇ ਵਿੱਚ ਡੁਬੋਇਆ ਤੇ ਫਿਰ ਉਸ ਤੋਂ ਬਾਅਦ ਅਸੀਂ ਗਿਣ ਗਿਣ ਗੋਤੇ ਲਾਏ। ਤੇ ਫਿਰ ਵਕਤੇ ਅਖੀਰ ਕਹਿਣ ਲੱਗੇ, ਬਾਬਾ ਬੁੱਲੇ ਸ਼ਾਹ ਜੀ ਕਹਿਣ ਲੱਗੇ ਬਈ ਪਾਣੀ ਦਾ ਘੜਾ ਲਿਆ ਕੇ ਤੇ ਫਿਰ ਉਸ ਭੈਣ ਦੀ ਜਿਹੜਾ ਉਹ ਢੱਗ ਦੇ ਉੱਤੇ ਅਸੀਂ ਜਿਹੜਾ ਉਹ ਆਏ ਆ। ਮਹਾਰਾਜ ਜੀ ਕਹਿਣ ਲੱਗੇ ਇੰਨਾ ਦੁੱਖ ਝੱਲ ਕੇ ਕਿਤੇ ਫਿਰ ਸਾਧੂ ਬਣਦਾ, ਮਹਾਂਪੁਰਖ ਬਣਦਾ। ਤੇ ਜਿਹੜਾ ਉਹਦੀ ਮਾਰ ਦੇ ਵਿੱਚ ਰਹਿ ਗਿਆ, ਕਿਸੇ ਚੰਗੇ ਅਫੀਸਰ ਚੰਗੇ ਕਿਸੇ ਪ੍ਰਿੰਸੀਪਲ ਦੀ ਮਾਰ ਦੇ ਥੱਲੇ ਰਹਿ ਗਿਆ, ਤੇ ਫਿਰ ਉਹ ਇੱਕ ਦਿਨ ਜ਼ਰੂਰ ਭਾਂਡਾ ਵਧੀਆ ਬਣ ਜਾਂਦਾ। ਬੋਲੋ ਸਤਨਾਮ। ਭਾਂਡਾ ਵਧੀਆ ਬਣਨ ਵਾਸਤੇ ਹਾਂ ਮੈਂ ਅਰਜ਼ ਕਰ ਰਿਹਾ ਸੀ ਉੱਥੇ ਫੇਰ ਜੋੜਿਓ ਚੌਲਾਂ ਦਾ ਭਰ ਕੇ ਚਮਚਾ ਜਦੋਂ ਇਹ ਖੀਰ ਦਾ ਮੁੱਖ ਵਿੱਚ ਪਾਉਣ ਲੱਗੇ ਨਾ, ਕਹਿੰਦੇ ਉਹ ਬੜੇ ਚਿੱਟੇ ਨੇ, ਬੜੇ ਚਿੱਟੇ ਚਿੱਟੇ ਚੌਲ। ਵਧੀਆ ਬਣਾਉਣ ਵਾਲਾ ਬੜਾ ਵਧੀਆ ਸੀ। ਚੌਲਾਂ ਦੇ ਵਿੱਚੋਂ ਆਵਾਜ਼ ਆਈ, ਗੱਲ ਸੁਣ ਲਾ ਪਹਿਲਾਂ, ਦੇਖ ਜ਼ਿਮੀਂਦਾਰ ਨੂੰ ਪੁੱਛ ਜਾ ਕੇ ਵੀ ਕਿਵੇਂ ਸਾਨੂੰ। ਪਹਿਲਾਂ ਤਾਂ ਧਰਤੀ ਦੇ ਵਿੱਚ ਬੋਇਆ, ਫਿਰ ਉੱਤੇ ਪਾਣੀ ਪਾਇਆ, ਰੇਹਾਂ ਸਪਰੇਹਾਂ ਕੀਤੀਆਂ, ਫਿਰ ਪੱਕੇ 6 ਮਹੀਨੇ ਲੱਗ ਗਏ। ਫਿਰ ਚੱਕ ਲਈ ਦਾਤਰੀ, ਫਿਰ ਵੱਢੇ, ਫਿਰ ਵੱਢ ਕੇ ਕਹਿੰਦੇ ਥੋੜੇ ਥੋੜੇ ਰੁੱਗ ਬਣਾ ਲਏ। ਕਹਿੰਦੇ ਧਰ ਲਿਆ ਢੋਲ, ਪਟਕਾ ਪਟਕਾ ਕੇ ਮਾਰਿਆ ਕਹਿੰਦੇ ਸਾਨੂੰ। ਉਹ ਫਿਰ ਕਿਤੇ ਜਾ ਕੇ ਕਹਿੰਦੇ ਫਿਰ ਬੇਲੀਆਂ ਵਿੱਚ ਹੀ ਲੰਘਾ ਦਿੱਤਾ, ਫਿਰ ਬੋਰੀ ਵਿੱਚ ਬੰਦ ਕਰ ਦਿੱਤਾ। ਵਕਤੇ ਅਖੀਰ ਕਹਿੰਦੇ ਫਿਰ ਕਿਤੇ ਜਾ ਕੇ ਆਇਆ, ਉਹ ਘਰ ਦੇ ਵਿੱਚ ਪਤੀਲੇ ਵਿੱਚ ਧੋ ਕੇ ਬੀਬੀ ਭੈਣ ਨੇ ਸਟੀ ਨੇ ਪਾ ਲਿਆ। ਕਹਿਣ ਲੱਗੇ ਫਿਰ ਉਬਾਲੇ ਦਿੱਤੇ, ਚੰਗੀ ਤਰ੍ਹਾਂ ਉਬਾਲਿਆ। ਫਿਰ ਦੱਬ ਕੇ ਵੇਖਦੇ ਇੱਕ ਦੋ ਚੌਲ ਪੱਕ ਗਏ ਕਿ ਕੱਚੇ ਨੇ। ਜੇ ਕੱਚੇ ਨੇ ਹੋਰ ਲਾਓ ਝੋਕਾ ਇਹਦੇ ਥੱਲੇ, ਹਜੇ ਪੱਕੇ ਨਹੀਂ ਹੈ। ਕਹਿੰਦੇ ਇੰਨਾ ਕੁਝ ਕਰ ਕਰਕੇ ਫਿਰ ਕਿਤੇ ਤੇਰੀ ਥਾਲ ਵਿੱਚ, ਤੇਰੀ ਕੌਲੀ ਵਿੱਚ ਪਿਆ। ਉਹ ਇੰਨੇ ਦੁੱਖ ਝੱਲਿਆ, ਤੂੰ ਤਾਂ ਖਾ ਕੇ ਗੰਦਗੀ ਕਰਕੇ ਵਿਸ਼ਟਾ ਕਰਕੇ ਸੁੱਟ ਦੇਗਾ, ਪਰ ਮੇਰੇ ਦੁੱਖ ਦੇ ਕਿੰਨੇ ਚੱਲੇ ਨੇ। ਇਹ ਕਰਕੇ ਮਹਾਰਾਜ ਜੀ ਕਹਿਣ ਲੱਗੇ ਦੇਖੀ ਕਿਤੇ ਇਹ ਸਾਧੂਆਂ ਦੀ ਕਮਾਈ ਵੇਖ ਕੇ ਇਹਨਾਂ ਨੂੰ ਪੁੱਛੀ ਪਹਿਲਾਂ ਕਿੰਨੇ ਕੁ ਜਿਹੜੀਆਂ ਘਰਣਾ ਘਾਲੀਆਂ ਨੇ, ਕਿਤੇ ਐਵੇਂ ਦੇਖ ਲੈ ਵੀ ਚਿੱਟੇ ਜੇ ਵਧੀਆ ਪਾਏ ਹੋਏ ਨੇ। ਨਹੀਂ, ਚਿੱਟੇ ਪਾਉਣ ਵਾਸਤੇ ਵੀ ਬੜਾ ਕੁਝ ਕਰਨਾ ਪੈਂਦਾ। ਕੀ ਲਿਖਦਾ ਵਿਦਵਾਨ, ਚਿੱਟੇ ਚੌਲ ਦੇ ਕੇ ਨਾਮ ਨਾ ਭੁੱਲਣੀ, ਇਹਨਾਂ ਤੇ ਬੜੀ ਮਾਰ ਪਈ ਹੈ। ਦੇਖ ਕੇ ਨਾਮ ਨਾ ਭੁੱਲਣੀ, ਇਹਨਾਂ ਤੇ ਬੜੀ ਮਾਰ ਪਈ ਹੈ। ਉਹ ਬਾਜ ਕਰਦੇ ਹੋਏ ਮੜੀ ਕਿੱਥੇ ਮਾਰ ਪਈ ਆਉਣ ਵਾਲਿਆ ਤੇ ਤੋੜ ਵੇਖ ਕੇ ਨਾਮ ਨਾ ਭੁੱਲਣੀ, ਇਹਨਾਂ ਤੇ ਬੜੀ ਮਾਰ ਪਈ ਤੇ ਤੋੜ ਵੇਖ ਕੇ ਨਾਮ ਨਾ ਭੁੱਲਣੀ, ਇਹਨਾਂ ਤੇ ਬੜੀ ਮਾਰ ਪਈ ਜਿੱਤੇ ਤੋੜ ਵੇਖ ਕੇ ਨਾਮ ਨਾ ਭੁੱਲਣੀ, ਇਹਨਾਂ ਤੇ ਬੜੀ ਮਾਰ ਪਈ। ਮਾਰ
ਇੱਕ ਸਮਾਂ ਇਤਿਹਾਸ ਨਾ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਅੰਮ੍ਰਿਤਸਰ ਦੀ ਧਰਤੀ ਤੇ ਜੋਤ ਜਗਾ ਰਹੇ ਹਨ। ਗੁਰੂ ਅਰਜਨ ਦੇਵ ਮਹਾਰਾਜ ਦੇ ਚਰਨਾਂ ਦੇ ਵਿੱਚੋਂ ਇੱਕ ਸਿੱਖ ਸਿੱਖੀ ਦੀ ਦਾਤ ਲੈ ਕੇ ਸਿੱਖੀ ਕਮਾਉਣ ਵਾਸਤੇ, ਸਿੱਖੀ ਧਾਰਨ ਕਰ ਲੈਣੀ ਸੌਖੀ ਹੈ ਪਿਆਰੇ। ਅੱਜ ਦੇ ਯੁੱਗ ਵਿੱਚ ਸਿੱਖੀ ਧਾਰਨ ਭਾਵ ਅੰਮ੍ਰਿਤ ਛਕ ਲੈਣਾ, ਕਿਰਪਾਨ ਪਾ ਲਈ, ਕਛਹਿਰਾ ਪਾ ਲਿਆ, ਪੱਗ ਬੰਨ੍ਹ ਲਈ ਵੱਡੀ ਸਾਰੀ, ਸਿੱਖੀ ਧਾਰਨ ਦੀ ਗੱਲ ਹੈ। ਕਮਾਉਣ ਦੀ ਗੱਲ ਕਿਤੇ ਹੋਰ ਵੱਡੀ ਹੈ। ਕਮਾਉਣ ਜਦੋਂ ਕਮਾਉਣੀ ਪੈਂਦਾ ਫਿਰ ਬੰਦ ਕਟਾਉਣਾ ਪੈਂਦਾ, ਉਹਨੂੰ ਕਹਿੰਦੇ ਸਿੱਖੀ ਕਮਾਉਣੀ। ਕਈ ਧਾਰਨ ਕਰ ਲੈਂਦੇ ਨੇ, ਕਈ ਫਿਰ 2 ਮਹੀਨੇ ਰੱਖ ਕੇ ਫਿਰ ਕਿਰਪਾਨ ਵੀ ਨਹੀਂ ਪਤਾ ਲੱਗਦਾ ਕਿੱਥੇ ਹੈ, ਕਛਹਿਰਾ ਵੀ ਨਹੀਂ ਪਤਾ ਲੱਗਦਾ ਕਿੱਥੇ ਹੈ। ਬੋਲੋ ਸਤਿਨਾਮ ਵਾਹਿਗੁਰੂ। ਨਾ ਛਕੋ ਨਾ ਬੋਲੋ। ਮੇਰੇ ਨਾਲ ਬਾਬੇ ਗੁਰਦਿੱਤੇ ਦਾ ਜਿਹੜਾ ਮੈਨੇਜਰ ਹੈ ਸਾਡਾ ਔਖਾ ਹੋ ਗਿਆ ਸੀ। ਇੱਕ ਸਮਾਗਮ ਤੇ ਸੀ, ਵੱਡਾ ਇੱਥੇ ਸਮਾਗਮ ਕਰਿਆ ਸੀ। ਉਦੋਂ ਸਾਰੇ ਸਿੰਘ ਸਾਹਿਬ ਵੀ ਆਏ ਸੀ। ਮੈਨੂੰ ਕਹਿਣ ਲੱਗੇ ਤੂੰ ਅੰਮ੍ਰਿਤ ਬਾਰੇ ਨਹੀਂ ਬੋਲਦਾ ਵੀ ਅੰਮ੍ਰਿਤ ਛਕਣਾ। ਮੈਂ ਕਿਹਾ ਵੀ ਮੈਂ ਨਹੀਂ ਬੋਲਦਾ, ਨਹੀਂ ਕਿਸੇ ਨੂੰ ਨਹੀਂ ਕਹਿਣਾ ਅੰਮ੍ਰਿਤ ਛਕੋ। ਜਿੰਨਾ ਚਿਰ ਤੁਹਾਡਾ ਆਪਣਾ ਮਨ ਨਹੀਂ ਨਾ ਮੰਨਦਾ ਉਹਨਾਂ ਚਿਰ ਕਿਸੇ ਨੂੰ ਮਜਬੂਰ ਕਰਕੇ ਅੰਮ੍ਰਿਤ ਨਾ ਛਕਾਓ। ਬਹੁਤ ਨੇ ਆਪਣੇ ਪਿੰਡ ਦੇ ਨਗਰ ਦੇ ਹੈਗੇ ਨੇ ਜਿਨ੍ਹਾਂ ਨੇ ਪਾਈ ਸੀ ਕਿਰਪਾਨ, ਬੜਾ ਉਦੋਂ 4 ਦਿਨ ਰੰਗ ਲੱਗਿਆ ਸੀ, ਉਦੋਂ ਮੁੜ ਕੇ ਪਤਾ ਹੀ ਨਹੀਂ ਉਹਨਾਂ ਦੀ ਕਿੱਥੇ ਹੈ ਕਿਰਪਾਨ ਕਿੱਥੇ ਹੈ। ਇੱਕ ਸਾਡੇ ਭਤੀਜਾ ਮੇਰਾ ਵੀ ਆਪਦਾ ਖੁਦ, ਉਹ ਉਹਨੂੰ ਬੜਾ ਰੰਗ ਜਿਹਾ ਲੱਗਿਆ ਤੇ ਮੁੜ ਕੇ ਮਾਂ ਦਾ ਸ਼ੇਰ ਹੁਣ ਮੂੰਹ ਵੀ ਨਹੀਂ ਦਿਖਾਉਂਦਾ, ਪਰਾਂ ਨੂੰ ਕਰਕੇ ਲੱਗ ਜਾਂਦਾ। ਮੈਂ ਕਿਹਾ ਇਹ ਜਿਹੇ ਅੰਮ੍ਰਿਤ ਤੋਂ ਲੈਣਾ ਕੀ ਹੈ। ਬੋਲੋ ਸਤਿਨਾਮ ਸ੍ਰੀ ਵਾਹਿਗੁਰੂ। ਅੰਮ੍ਰਿਤ ਛਕਣਾ ਪੱਕੇ ਹੋ ਕੇ ਛਕੋ। ਟਾਂਡੇ ਵਾਲੇ ਸੰਤ ਨਾ, ਸੰਤ ਬਲਵੰਤ ਸਿੰਘ ਜੀ ਟਾਂਡੇ ਵਾਲੇ ਹੁੰਦੇ, ਉੜਮੜ ਟਾਂਡੇ ਵਾਲੇ। ਉਹ ਅੱਖਾਂ ਤੋਂ ਮਨਾਖੀ ਸੀ। ਆ ਮੇਰੇ ਭਾਈ ਦੇ ਵੀ ਦਰਸ਼ਨ ਕਰੇ ਉਹਨਾਂ ਦੇ। ਉਹ ਕਹਿੰਦੇ ਕਿਤੇ ਸੰਤ ਕਿਸੇ ਪਿੰਡ ਵਿੱਚ ਚਲੇ ਗਏ, ਉੱਥੇ ਦੀਵਾਨ ਲਾਏ ਉਹਨਾਂ ਨੇ 5-4 ਭਾਈ ਵੀ ਅੰਮ੍ਰਿਤ ਛਕੋ, ਅੰਮ੍ਰਿਤ ਛਕਾਉਣ ਵਾਸਤੇ ਆਏ ਆ। ਉਹ ਇੱਕ ਘਰ ਵਾਲਾ ਆਪਣੀ ਘਰ ਵਾਲੀ ਨੂੰ ਕਹਿਣ ਲੱਗਾ ਚੱਲ ਆਪਾਂ ਅੰਮ੍ਰਿਤ ਛਕਿਓ। ਕਹਿਣ ਲੱਗੀ ਮੈਂ ਨਹੀਂ ਛਕਿਆ, ਤੂੰ ਜਾ ਕਰ। ਚਲੋ ਅੰਮ੍ਰਿਤ ਛਕ ਆਇਆ। ਸ਼ਾਮ ਨੂੰ ਘਰ ਆ ਗਿਆ, ਸ਼ਹਿਰਾ ਪਾਇਆ, ਕਿਰਪਾਨ ਪਾਈ ਵੱਡੀ ਸਾਰੀ। ਮਨਮੁਖਾਂ ਦੀ ਗੱਲ ਕਰਦਾ ਮੈਂ, ਇਹ ਨਹੀਂ ਗੱਲ ਕਰਦਾ ਵੀ ਨਾ ਛਕੋ, ਛਕਣਾ ਚਾਹੀਦਾ, ਪਰ ਜਦੋਂ ਤੁਹਾਡਾ ਆਪਣਾ ਮਨ ਮੰਨ ਜਾਵੇ। ਹੁਣ ਉਹ ਆ ਗਿਆ ਸ਼ਾਮ ਨੂੰ, ਜਦੋਂ ਆਪਣੇ ਪੁੱਤਰ ਨੂੰ ਚੁੱਕਣ ਲੱਗਿਆ, ਘਰ ਵਾਲੀ ਬੀਬੀ ਕੋਲ ਬੱਚਾ ਚੁੱਕਿਆ ਹੋਇਆ ਸੀ। ਉਹ ਆਪਣੇ ਬੱਚੇ ਨੂੰ ਫੜਨ ਲੱਗਿਆ ਨਾ, ਉਹ ਬੀਬੀ ਨੇ ਥੋੜੀ ਜਿਹੀ ਉਹ ਬੱਚੇ ਦੀ ਚੁੰਡੀ ਵੱਢ ਦਿੱਤੀ। ਆਏ ਜਦੋਂ ਚੁੰਡੀ ਵੱਢੀ, ਬੱਚੇ ਨੇ ਚੀਕ ਮਾਰੀ। ਉਹ ਕਹਿਣ ਲੱਗਾ ਮੇਰਾ ਪੁੱਤਰ ਹੈ, ਇਹ ਮੈਥੋਂ ਅੱਜ ਡਰਦਾ ਕਿਉਂ, ਰੋਂਦਾ ਕਿਉਂ ਮੇਰੇ ਕੋਲੇ ਆਉਣ ਤੇ। ਕਹਿੰਦੀ ਤੇਰੀ ਕਿਰਪਾਨ ਤੋਂ ਡਰਦਾ। ਬੋਲੋ ਸਤਿਨਾਮ ਵਾਹਿਗੁਰੂ ਜੀ। ਆ ਜਿਹੜੀ ਕਿਰਪਾਨ ਪਾ ਕੇ ਨਾ ਇਹ ਤੋਂ ਡਰਦਾ। ਅੱਛਾ। ਉਹ ਕਹਿਣ ਲੱਗਾ ਵੀ ਬੱਚਾ ਵੀ ਜ਼ਰੂਰੀ ਹੈ, ਘਰ ਵਾਲੀ ਵੀ ਜ਼ਰੂਰੀ ਹੈ। ਉਹਨੇ ਚਲੋ ਵਿਚਾਰੇ ਨੇ ਟਸਨੇ ਪਛਨੇ ਦੇ ਘਰੇ ਕਿਰਪਾਨ ਲਾਤੀ ਬੁੱਝ ਕੇ ਜੀ। ਮਨਮੁਖਾਂ ਦੀ ਗੱਲ ਕਰਦਾ ਮੈਂ, ਫਿਰ ਦੁਬਾਰੇ ਅਰਜ਼ ਕਰ ਦਿਆ। ਸ਼ਾਮ ਦਾ ਵਕਤ ਹੋਇਆ, ਉਹਨਾਂ ਦੇ ਘਰ ਦੀ ਪਾਲੀ ਹੋਈ ਮੱਝ ਸੀ ਵਧੀਆ। ਉਹ ਘਰ ਵਾਲੀ ਬੀਬੀ ਲੈ ਕੇ ਬਹਿ ਗਈ ਮੂਹਰੇ, ਉਹ ਜਿਹੜਾ ਪਾਟਾ ਜਿਹਾ ਪਾਣੀ ਹੁੰਦਾ ਨਾ ਉਹਦੇ ਤੇ, ਉਹ ਬਹਿ ਗਈ ਲੈ ਕੇ। ਤੇ ਉਹ ਵਿਚਾਰਾ ਚੱਕ ਕੇ ਬਾਲਟੀ ਚੋਣ ਲੱਗਿਆ। ਅੱਗੇ ਵੀ ਚੋਂਦਾ ਸੀ ਪਹਿਲਾਂ, ਉਹਨਾਂ ਸੂਈ ਮਾਰਿਆ ਕਰੇ ਉਹਦੇ ਮੱਝ ਦੇ ਦੱਬ ਕੇ, ਮੱਝ ਟੱਪ ਜਾ ਕਰੇ ਉਸੇ ਵਕਤ ਹੀ। ਉਹ ਕਹਿਣ ਲੱਗਿਆ ਵੀ ਅੱਜ ਕੀ ਗੱਲ, ਕਮਾਲ ਦੀ ਗੱਲ ਹੈ, ਮੱਝ ਕਾਹਤੋਂ ਡਰੀ ਜਾਂਦੀ ਹੈ। ਉਹ ਕਹਿੰਦੀ ਤੇਰੇ ਕਛਹਿਰੇ ਤੋਂ ਡਰਦੀ ਹੈ। ਬੋਲੋ ਸਤਿਨਾਮ। ਆ ਜਿਹੜਾ ਇਹ ਤੋਂ ਡਰਦੀ ਹੈ। ਉਹ ਕਹਿਣ ਲੱਗਿਆ ਵੀ ਇਹ ਵੀ ਕੰਮ ਔਖਾ, ਜੇ ਨਾ ਦੁੱਧ ਹੋਇਆ ਜਵਾਕ ਰਾਤ ਨੂੰ ਚੀਕਾ ਮਾਰੂਗਾ। ਚਲੋ ਜੀ ਉਹਨੇ ਉਹ ਵੀ ਲਾ ਦਿੱਤੀ। ਮਹੀਨੇ ਕੁ ਬਾਅਦ ਸੰਤ ਆ ਗਏ, ਕਹਿੰਦੇ ਵੀ ਆਪਣਾ ਇੱਥੇ ਇੱਕ ਸੇਵਕ ਸੀ, ਚਲੋ ਮਿਲ ਕੇ ਚੱਲੀਏ ਉਹਨੂੰ। ਕਹਿੰਦੇ ਵੀ ਅਸੀਂ ਇੱਥੇ ਇੱਕ ਸਿੱਖ ਨੂੰ ਅੰਮ੍ਰਿਤ ਛਕਾਇਆ ਸੀ, ਲਿਆਓ ਉਹਨੂੰ ਬੁਲਾ ਕੇ। ਸੰਤਾਂ ਦੇ ਕੋਲੇ ਚਲੇ ਗਿਆ। ਸੰਤ ਟਾਂਡੇ ਵਾਲੇ ਨਹੀਂ, ਉੜਮੁੜ ਟਾਂਡੇ ਵਾਲੇ ਸੰਤ। ਉਹਨੂੰ ਮਿਲ ਕੇ ਕਹਿੰਦੇ ਵੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਉਹ ਕਹਿੰਦਾ ਨਹੀਂ ਤੁਹਾਡੀ ਫਤਿਹ ਨਹੀਂ ਇੱਥੇ ਚੱਲਦੀ, ਇੱਥੇ ਤਾਂ ਵੋਟੀ ਜੀ ਕਾ ਖਾਲਸਾ ਵੋਟੀ ਜੀ ਕੀ ਫਤਿਹ। ਬੋਲੋ ਸਤਿਨਾਮ ਵਾਹਿਗੁਰੂ। ਕਹਿੰਦਾ ਮੇਰੇ ਘਰ ਵਾਲੀ ਤਕੜੀ ਰਹਿ ਗਈ ਤੁਹਾਡੇ ਅੰਮ੍ਰਿਤ ਤੇ ਜਾਣ। ਮੈਂ ਕਹਿੰਦਾ ਵੀ ਇਹ ਜਿਹਾ ਨਾ ਛਕੋ, ਨਾ ਹੋ ਪਿਆ ਤੁਹੀਨ ਨਾ ਕਰੋ, ਬੇਅਦਬੀ ਨਾ ਕਰੋ ਐਸੇ ਅੰਮ੍ਰਿਤ ਦੀ। ਅੰਮ੍ਰਿਤ ਛਕੋ ਇੰਨਾ ਪੱਕਾ, ਭਾਵੇਂ ਸੀਸ ਦੇ ਉੱਤੇ ਆਰਾ ਚੱਲ ਜਾਵੇ। ਬੰਦ ਕੱਟੇ ਮੂੰਹ ਵਿੱਚ ਬੰਨ ਕੇ ਸਾੜੇ ਗਏ, ਦੇਗਿਆਂ ਵਿੱਚ ਵਾਲੇ ਗਏ, ਪਰ ਉਹਨਾਂ ਨੇ ਸੀਤ ਕਰੀ ਕੀਤੀ। ਕਿਉਂ? ਮਰਜੀ ਕਹਿੰਦੇ ਰੱਤੇ ਸਹੀ ਜੇ ਮੁਖ ਨਾ ਮੁੜਨ ਜਿਨੀ ਸੰਜਾਤਾ ਸਾ। ਝੜ ਪਵਦੇ ਕੱਚੇ ਬਿਰਹੀ ਜਿਨਾ ਕਾਰਨ ਆਏ। ਮੁਖੜਾ ਨੀ ਮੋੜਦੇ ਰੱਤੇ ਦੇ ਸੇ, ਮੁਖੜਾ ਨੀ ਮੋੜਦੇ ਰੱਤੇ ਦੇ ਸੇ। ਰੱਤੇ
ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਦੇ ਕੋਲ ਆਪਣੇ ਪਿੰਡ ਗੜ੍ਹ ਸ਼ੰਕਰ ਆ ਗਏ ਭਾਈ ਤਿਲਕੂ। ਹੁਣ ਗੜ੍ਹ ਸ਼ੰਕਰ ਦੀ ਧਰਤੀ ਦੇ ਵਿੱਚ ਉਹ ਸੇਵਾ ਵੀ ਕਰਦਾ, ਚਲੋ ਨਾਮ ਦਾ ਜਿਹੜਾ ਪ੍ਰਚਾਰ ਵੀ ਕਰਦਾ ਗੁਰੂ ਅਰਜਨ ਦੇਵ ਮਹਾਰਾਜ ਜੀ ਦਾ। ਭਾਈ ਤਿਲਕੂ ਜੀ ਦਾ ਇਹ ਪ੍ਰਚਾਰ ਵੇਖ ਕੇ ਇੱਕ ਜੋਗੀ ਆ ਗਿਆ, ਪਖੰਡੀ ਆ ਗਿਆ ਭਾਵ ਕਹਿਣ ਤੋਂ। ਉਹਨੇ 40 ਕੁ ਦਿਨ ਅੰਦਰ ਵੜ ਕੇ ਚਲੀਸਾ ਕਰਿਆ, ਸਿਮਰਨ ਕਰਿਆ। 40 ਕੁ ਦਿਨਾਂ ਬਾਅਦ ਬਾਹਰ ਆਇਆ, ਉਹਨੇ ਆ ਕੇ ਪ੍ਰਚਾਰ ਕਰ ਦਿੱਤਾ, ਜਿਹੜਾ ਮੇਰੇ ਇੱਕ ਵਾਰੀ ਦਰਸ਼ਨ ਕਰੂ ਨਾ ਉਹਨੂੰ 1 ਸਾਲ ਦਾ ਸਵਰਗ ਮਿਲੂਗਾ, 1 ਸਾਲ ਦਾ। ਜਿਹੜਾ 2 ਵਾਰੀ ਦਰਸ਼ਨ ਕਰੋ ਉਹਨੂੰ 2 ਸਾਲ ਦਾ ਸਵਰਗ ਮਿਲੂਗਾ। ਚੱਲ ਪਏ ਦੁਨੀਆ ਦੇ ਲੋਕ, ਬਸ ਭਰ ਟਰਾਲੀਆਂ ਉੱਧਰ। ਜੋਗੀ ਰਾਜ ਤੜਕੀ ਬਹਿ ਜਾਂਦਾ, ਵੱਡਾ ਸਾਰਾ ਮੜਾਸਾ ਮਾਰ ਲੈਂਦਾ ਆਪਣੇ ਸੀਸ ਉੱਤੇ। ਬਾਹਰਲੇ ਪਾਸੇ ਬੈਠਾ ਤਖਤ ਦੇ ਉੱਤੇ, ਲੋਕ ਆਉਂਦੇ ਨੇ, ਲਾਈਨਾਂ ਲੱਗੀਆਂ ਪਈਆਂ ਨੇ। ਇਹ ਕਹਿੰਦਾ ਮੈਂ ਜਿਹੜਾ ਉਹ ਦਰਸ਼ਨ ਕਰਾਂ ਜੋਗੀ ਦੇ, ਉਹ ਕਹਿੰਦਾ ਮੈਂ ਕਰਾਂ ਜਾ ਕੇ ਦਰਸ਼ਨ। ਇਸ ਤਰ੍ਹਾਂ ਮੁੜ ਮੁੜ ਕੇ ਉਹ ਜਾਈ ਜਾਂਦੇ ਨੇ, ਕੋਈ 200 ਦਾ ਆਖਰ, ਕਿਸੇ ਨੇ 50 ਦਾ, ਕਿਸੇ ਨੇ ਕਿੰਨਾ, ਚਲੋ ਜਿੰਨੀ ਕਿਸੇ ਦੀ ਗੁੰਜਾਇਸ਼ ਹੈ। ਕੋਈ ਕਈ ਵਾਰੀ ਦੂਰੀ ਲੈਣ ਦੇ ਵਿੱਚ ਵੀ ਕੋਈ ਲੱਗ ਜਾਂਦਾ, ਅਗਲਾ ਕਹਿੰਦਾ ਮੈਨੂੰ 2 ਵਾਰੀ ਦਰਸ਼ਨ ਹੋ ਜਾਏ, ਮੈਨੂੰ 2 ਸਾਲ ਦਾ ਸਵਰਗ ਮਿਲ ਜੂਗਾ। ਪਰ ਗੁਰਬਾਣੀ ਕੀ ਕਹਿੰਦੀ ਹੈ? ਕਿਆ ਨਰਕ ਕਿਆ ਸੁਰਗ ਵਿਚਾਰਾ, ਸੰਤਨ ਦੋ ਰਾਧੇ। ਮੇਰੇ ਗੁਰਦੇਵ ਨੇ 2 ਅੱਖਰ ਮੈਨੂੰ ਇੰਨੇ ਵਧੀਆ ਪੜ੍ਹਾਏ ਨਾ, ਕਈ ਅਰਾਧੇ ਕਹੀ ਜਾਂਦੇ ਨੇ, ਪਰ ਉਹ ਕਹਿੰਦੇ ਨਹੀਂ, ਰਾਧੇ ਕਹਿਣਾ, ਰਾਧੇ ਪੂਰਾ। ਜਿਵੇਂ ਚਲੋ ਸਾਡੇ ਇਲਾਕੇ ਦੇ ਵਿੱਚ ਮੈਂ ਮਾਣ ਨਾਲ ਵੀ ਗੱਲ ਕਹਿਣਾ ਹੁੰਦਾ, ਬਾਹਰ ਜਾ ਕੇ ਵੀ ਪਾਚੀ ਸਾਰੇ ਪੂਜਿਆ ਯੋਗ ਨੇ, ਪਰ ਕਿਤੇ ਅੰਮ੍ਰਿਤ ਵੇਲੇ ਭਾਈ ਬਲਜੀਤ ਸਿੰਘ ਪਾਠ ਕਰਦਾ ਹੋਵੇ ਨਾ, ਬੜਾ ਆਨੰਦ ਆਉਂਦਾ। ਬਾਬਾ ਜੀ ਬਾਹਰ ਖੜ੍ਹ ਕੇ ਸੁਣਦੇ, ਬਾਹਰ ਖੜ੍ਹ ਜਾਂਦੇ ਹੁੰਦੇ ਉਸ ਵਕਤ। ਕਈ ਵਾਰੀ ਜਦੋਂ ਮੈਂ ਪਾਠ ਕਰਦਾ ਜਾਂ ਭਾਈ ਗੁਰਦਾਸ ਆਦਿ ਗਾਣਾ ਹੁੰਦਾ, ਜਤਾਪ ਇੱਕ ਬੰਦ ਕਰਾਉਂਦੇ ਹੁੰਦੇ, ਤੇ ਜਾਂ ਫਿਰ ਭਾਈ ਬਲਜੀਤ ਨੂੰ ਪਤਾ ਹੀ ਹੈ ਵੀ ਕੀ ਕਹਿੰਦੇ ਹੁੰਦੇ ਸੀ, ਉਹ ਬਾਹਰ ਉੱਥੇ ਖੜ੍ਹ ਕੇ ਬੜੀ ਸੰਗਤ ਦੇ ਵਿੱਚ। ਅਸੀਂ ਬਹੁਤ ਵਾਰੀ ਕਹਿਣਾ, ਬਾਬਾ ਜੀ ਜੇ ਕੋਈ ਗੱਲਬਾਤ ਹੁੰਦੀ ਹੈ ਸਾਨੂੰ ਅੰਦਰ ਬੁਲਾ ਕੇ ਕਹਿ ਦਿਆ ਕਰੋ। ਅੰਦਰ ਸਾਨੂੰ ਉਹ ਘਿਓ, ਚੂੜੀਆਂ, ਦੁੱਧ, ਤੇ ਬਾਹਰ ਸੰਗਤ ਦੇ ਵਿੱਚ, ਭਰੀ ਸੰਗਤ ਦੇ ਵਿੱਚ ਸਾਡੀ ਮਾਂ ਬਾਪ, ਮਾਂ ਭੈਣ ਇੱਕ ਕਰ ਦਿੰਦੇ ਨੇ, ਇੰਨਾ ਭੱਜ ਕੇ। ਉਹ ਕਹਿਣ ਲੱਗੇ ਮੈਂ ਕੁਝ ਬਣਾਉਣਾ, ਉਹ ਭਾਂਡੇ ਦਾ ਐਵੇਂ ਕੱਚਾ ਨਹੀਂ ਰੱਖਣਾ, ਮੈਂ ਇਸ ਭਾਂਡੇ ਨੂੰ ਕੱਚਾ ਨਹੀਂ ਰੱਖਣਾ ਹੈ, ਮੈਂ ਇਹਨੂੰ ਕੁਝ ਨਾ ਕੁਝ ਬਣਾਉਣਾ ਹੈ। ਇਸ ਕਰਕੇ ਫਿਰ ਉਹ ਐ ਟਣਕਾ ਕੇ ਵੇਖਦੇ ਹੁੰਦੇ ਸੀ। ਹੁਣ ਭਾਈ ਤਿਲਕੂ ਬੈਠਾ ਆਪਣੇ ਘਰ ਦੇ ਵਿੱਚ, ਜੋਗੀ ਆ ਗਿਆ, ਉਹਨੇ ਆ ਕੇ ਕਿਹਾ ਵੀ ਕਰ ਲੋ, ਜਿਹੜਾ ਮੇਰੇ ਇੱਕ ਵਾਰੀ ਦਰਸ਼ਨ ਕਰੂਗਾ ਉਹਨੂੰ 100 ਸਾਲ ਦਾ ਸਵਰਗ। ਸੰਤਨ ਦੋ ਰਾਧੇ, ਤੇ ਬੜੇ ਪਿਆਰ ਵਿੱਚ ਆ ਕੇ ਕਹਿੰਦੇ ਸਾਰੇ ਦਰਸ਼ਨ ਕਰ ਕਰਕੇ ਮੁੜੀ ਜਾਂਦੇ ਨੇ। ਜੋਗੀ ਨੇ ਸ਼ਾਮ ਨੂੰ ਪੁੱਛਣਾ ਕਿੰਨੀ ਕੁ ਸੰਗਤ ਆਈ? ਕਹਿੰਦੇ ਜੀ ਅੱਜ ਅੱਧੇ ਨੂੰ ਜ਼ਿਆਦਾ ਗੜ੍ਹ ਸ਼ੰਕਰ ਦੀ ਧਰਤੀ ਦੇ ਲੋਕ ਆ ਗਏ। ਚਲੋ ਠੀਕ ਹੈ, ਅਗਲੇ ਦਿਨ ਫੇਰ ਬਹਿ ਗਿਆ, ਲੋਕ ਫੇਰ ਆ ਗਏ। ਅੱਜ ਕਿੰਨੇ ਕਾਏ? ਕਹਿੰਦੇ ਜੀ ਅੱਜ ਸਾਰਾ ਗੜ੍ਹ ਸ਼ੰਕਰ ਆ ਗਿਆ, ਸਾਰੇ ਦਾ ਸਾਰਾ। ਚੰਗਾ ਪਤਾ ਕਰੋ ਵੀ ਕੋਈ ਰਹਿੰਦਾ ਤਾਂ ਨਹੀਂ ਹੈ ਮੇਰੇ ਦਰਸ਼ਨ ਕਰਨ ਬਿਨਾ। ਜੋਗੀ ਰਾਜ ਨੇ ਤੀਸਰੇ ਦਿਨ ਫਿਰ ਪੁੱਛਿਆ, ਕਹਿੰਦੇ ਜੀ ਸਾਰੇ ਆ ਗਏ ਪਰ ਇੱਕ ਭਾਈ ਤਿਲਕੂ ਨਾਮੇ ਸਿੱਖ ਹੈ, ਉਹ ਨਹੀਂ ਆਇਆ ਹੈ। ਉਹ ਕਹਿੰਦਾ ਮੈਨੂੰ ਨਹੀਂ ਇਹ ਸਵਰਗ ਦੀ ਲੋੜ ਹੈਗੀ। ਜੋਗੀ ਕਹਿਣ ਲੱਗਿਆ ਇਹ ਲੋਕ ਕੀ ਕਹਿਣਗੇ ਵੀ ਆ ਇੱਕ ਸਿੱਖ ਨਹੀਂ, ਇਹ ਤਾਂ ਲੋਟ ਆਇਆ। ਜਾਓ ਉਹਨੂੰ ਕਹੋ ਜੇ ਤੂੰ ਇੱਕ ਵਾਰੀ ਦਰਸ਼ਨ ਕਰੇਗਾ ਨਾ ਤੈਨੂੰ 2 ਸਾਲ ਦਾ ਸਵਰਗ ਮਿਲ ਜਾਊਗਾ। ਜੋਗੀ ਰਾਜ ਭਾਈ ਤਿਲਕੂ ਨੇ ਕਿਹਾ ਮੈਨੂੰ ਕੋਈ ਸਵਰਗ ਦੀ ਆਸ ਨਹੀਂ, ਮੈਨੂੰ ਤਾਂ ਮੇਰੇ ਗੁਰੂ ਦੇ ਸਭ ਤੋਂ ਵੱਡੇ ਮੁਬਾਰਕ ਚਰਨ ਹੀ ਵੱਡਾ ਸਵਰਗ ਹੈ। ਜਿਹੜਾ ਆਨੰਦ ਮੈਨੂੰ ਮੇਰੇ ਗੁਰੂ ਦੇ ਚਰਨਾਂ ਵਿੱਚੋਂ ਪ੍ਰਾਪਤ ਹੁੰਦਾ ਨਾ ਉਹ ਕਿਤੋਂ ਹੋਰ ਨਹੀਂ ਹੁੰਦਾ। ਭਾਈ ਤਿਲਕੂ ਜੀ ਨੇ ਫਿਰ ਉਹ ਜੋਗੀ ਦੇ ਜਿਹਨੇ ਸੇਵਕ ਆਏ ਸਭ ਨੂੰ ਮੋੜ ਦਿੱਤਾ। ਜੋਗੀ ਰਾਜ ਨੂੰ ਜਾ ਕੇ ਕਹਿੰਦੇ ਭਾਈ ਤਿਲਕੂ ਕਹਿੰਦੇ ਮੈਨੂੰ ਸਵਰਗਾਂ ਦੀ ਕੋਈ ਇੱਛਾ ਨਹੀਂ ਹੈ ਮਨ ਵਿੱਚ, ਜਾਓ ਕਹਿ ਦਿਓ ਜਾ ਕੇ ਆਪਣੇ ਜੋਗੀ ਰਾਜ ਨੂੰ। ਬਖਤੇ ਖੀਰ ਫਿਰ ਜੋਗੀ ਰਾਜ ਨੇ ਕਿਹਾ ਤੈਨੂੰ ਇੱਕ ਵਾਰੀ ਦਰਸ਼ਨ ਕਰਨ ਦੇ ਨਾਲ 5 ਸਾਲ ਦਾ ਸਵਰਗ ਮਿਲੂਗਾ, 5 ਸਾਲ ਦਾ। ਆ ਜਾ ਸਾਡੇ ਦਰਸ਼ਨ ਕਰ। ਭਾਈ ਤਿਲਕੂ ਕਹਿਣ ਲੱਗਿਆ ਮੈਨੂੰ ਇਹ ਚੀਜ਼ ਦੀ ਕੋਈ ਇੱਛਾ ਨਹੀਂ ਹੈ। ਕਿਉਂ? ਮੈਨੂੰ ਪਤਾ ਮੇਰੇ ਗੁਰੂ ਨੇ ਕੀ ਬਖਸ਼ਿਸ਼ ਕੀਤਾ, ਚਰਨ ਕਮਲ ਕੀ मौज को कैसे अनुमान कहबे को शोभा नहीं देखा ही कुर्बान। कहने मैंने इन्होंने वस्तुओं की कोई लोड़ नहीं है।
ਭਾਈ ਤਿਲਕੂ ਨੇ ਅੰਦਰੋਂ ਗੇਟ ਬੰਦ ਕਰ ਲਿਆ ਤੇ ਕਹਿੰਦਾ ਕੀ ਹੈ, ਇੱਛਾ ਸੁਰਗਪੁਰੀ ਦੀ ਨਾ ਰੱਖੀਏ ਡਰੀਏ ਨਾ ਨਰਕਾਂ ਤੋਂ। ਇੱਛਾ ਸੁਰਗਪੁਰੀ ਦੀ ਨਾ ਰੱਖੀਏ ਡਰੀਏ ਨਾ ਨਰਕਾਂ ਤੋਂ। ਭਾਈ ਤਿਲਕੂ ਨੇ ਦਰਵਾਜ਼ਾ ਬੰਦ ਕਰ ਲਿਆ। ਹੁਣ ਨਾ ਮੇਰੇ ਕੋਲ ਆਏ ਸਵਰਗ ਲੈ ਕੇ। ਭਾਈ ਤਿਲਕੂ ਜੀ ਦਾ ਇਹ ਸਿਦਕ ਦੇਖ ਕੇ ਜੋਗੀ ਰਾਜ ਕਹਿਣ ਲੱਗਿਆ, ਉਹ ਇਹੋ ਜਿਹਾ ਬੰਦਾ ਜਿਹੜਾ ਮੰਨਦਾ ਹੀ ਨਹੀਂ ਹੈ ਸੁਰਗਾਂ ਨੂੰ। ਚੰਗਾ ਫਿਰ ਇਉਂ ਕਰਦਾ, ਮੈਂ ਚੱਲ ਕੇ ਜਾਣਾ ਉਸ ਭਾਈ ਤਿਲਕੂ ਕੋਲ। ਜੋਗੀ ਦੇ ਦਰਸ਼ਨ ਕਰਨ ਵਾਸਤੇ ਦੁਨੀਆ ਦੇ ਲੋਕ ਜਾਂਦੇ ਸੀ, ਪਰ ਅੱਜ ਜੋਗੀ ਨੇ ਕਿਹਾ ਮੈਂ ਉਸ ਸਿੱਖ ਦੇ ਦਰਸ਼ਨ ਕਰਨੇ ਆ ਕਿਹਦੇ ਮਨ ਵਿੱਚ ਹੈ ਸਤਿਗੁਰ ਕੇ ਪਾਸ ਤੇ ਸੇਵਕ ਕੇ ਕਾਰਜ ਰਾਸ। ਗੁਰੂ ਤੇ ਭਰੋਸਾ ਹੋਵੇ, ਜਿਹਦਾ ਗੁਰੂ ਤੇ ਭਰੋਸਾ ਉਹਦੇ ਮਹਾਰਾਜ ਕਾਰਜ ਰਾਸ ਕਰਦੇ। ਅੱਜ ਵੀ ਕਰਦੇ, ਐਸੀ ਗੱਲ ਹੀ ਨਹੀਂ ਕਰਦੇ, ਪਰ ਗੱਲ ਵਿਸ਼ਵਾਸ ਅਤੇ ਭਰੋਸੇ ਦੀ ਹੈ। ਭਾਈ ਤਿਲਕੂ ਜੀ ਨੂੰ ਪਤਾ ਲੱਗਿਆ ਜੋਗੀ ਜਨ ਆਉਂਦਾ ਹੈ। ਅੰਦਰ ਗੇਟ ਬੰਦ ਕਰਕੇ ਕਮਰੇ ਦੇ ਵਿੱਚ ਬੈਠ ਗਿਆ। ਧਿਆਨ ਗੁਰੂ ਅਰਜਨ ਦੇਵ ਮਹਾਰਾਜ ਜੀ ਦਾ ਧਰ ਲਿਆ। ਜੋਗੀ ਰਾਜ ਆ ਕੇ ਆਵਾਜ਼ ਮਾਰਿਓ, ਭਾਈ ਤਿਲਕੂ ਤੇਰੇ ਦਰਸ਼ਨ ਕਰਨ ਵਾਸਤੇ ਜੋਗੀ ਰਾਜ ਆਇਆ। ਭਾਈ ਤਿਲਕੂ ਰੱਬੀ ਬਾਣੀ ਦਾ ਜਾਪ ਕਰਦਾ, ਧਿਆਨ ਗੁਰੂ ਅਰਜਨ ਦੇਵ ਮਹਾਰਾਜ ਜੀ ਦਾ ਧਰਿਆ ਹੋਇਆ। ਫਿਰ ਆਵਾਜ਼ ਮਾਰੀ, ਭਾਈ ਤਿਲਕੂ ਤੇਰੇ ਦਰਸ਼ਨ ਕਰਨ ਵਾਸਤੇ ਆਇਆ ਜੋਗੀ ਜਨ, ਬਾਹਰ ਖੋਲ ਦੇ। ਭਾਈ ਤਿਲਕੂ ਨੇ ਕਿਹਾ ਪਹਿਲਾਂ ਇਸ ਜੋਗੀ ਰਾਜ ਤੋਂ ਪੁੱਛੋ ਵੀ ਮੈਨੂੰ ਸਵਰਗ ਦੀ ਕੋਈ ਇੱਛਾ ਨਹੀਂ, ਆਪਣਾ ਬਚਨ ਜਿਹੜਾ ਵਾਪਸ ਲਵੇ, ਦੱਸੇ ਵੀ ਮੈਨੂੰ ਸਵਰਗ ਨਹੀਂ ਮਿਲਦਾ। ਜੋਗੀ ਜਨ ਨੇ ਹੱਥ ਬੰਨ੍ਹ ਕੇ ਆਖਿਆ, ਭਾਈ ਤਿਲਕੂ ਤੈਨੂੰ ਸਵਰਗ ਨਹੀਂ ਮਿਲਦਾ, ਪਰ ਤੂੰ ਇੱਕ ਵਾਰੀ ਦਰਵਾਜ਼ਾ ਖੋਲ ਦੇ। ਹੁਣ ਮੈਂ ਤੇਰੇ ਦਰਸ਼ਨ ਕਰਨ ਵਾਸਤੇ ਆਇਆ। ਉਹ ਧੰਨ ਹੈ ਤੇਰਾ ਗੁਰੂ ਤੇ ਧੰਨ ਹੈ ਤੂੰ ਸਿੱਖ। ਤੇਰਾ ਗੁਰੂ ਕਿੱਡਾ ਕੁ ਵੱਡਾ ਹੋਵੇਗਾ ਜਿਸ ਗੁਰੂ ਦੇ ਸਿੱਖ ਦੇ ਵਿੱਚ ਐਡੀ ਵੱਡੀ ਪਰਪੱਕਤਾ ਹੈ, ਐਡਾ ਭਰੋਸਾ ਹੈ ਜੇ ਸਿੱਖ ਦੇ ਵਿੱਚ। ਭਾਈ ਤਿਲਕੂ ਕਹਿਣ ਲੱਗਿਆ ਆਪਣਾ ਬਚਨ ਵਾਪਸ ਲੈ ਲਾ। ਉਹ ਕਹਿਣ ਲੱਗਿਆ ਠੀਕ ਹੈ ਤੈਨੂੰ ਸਵਰਗ ਨਹੀਂ ਮਿਲਦਾ, ਪਰ ਮੈਂ ਤੇਰੇ ਦਰਸ਼ਨ ਕਰਨਾ ਹੈ, ਤੂੰ ਦਰਵਾਜ਼ਾ ਖੋਲ ਦੇ। ਭਾਈ ਤਿਲਕੂ ਨੇ ਗੇਟ ਖੋਲ ਦਿੱਤਾ।
ਜੋਗੀ ਜਨ ਨੇ ਜਾ ਕੇ ਚਰਨ ਫੜ ਲਏ ਭਾਈ ਤਿਲਕੂ ਦੇ। ਉਹ ਤੂੰ ਧੰਨ ਹੈ, ਤੇਰਾ ਗੁਰੂ ਕਿੱਡਾ ਕੁ ਵੱਡਾ ਹੋਵੇ, ਤੇਰੇ ਗੁਰੂ ਵਿੱਚ ਕਿੱਡੀ ਕੁ ਵੱਡੀ ਤਾਕਤ ਹੋਣੀ ਹੈ, ਜਿਸ ਗੁਰੂ ਉੱਤੇ ਤੈਨੂੰ ਏਡਾ ਵੱਡਾ ਭਰੋਸਾ ਹੈ। ਜੋਗੀ ਰਾਜ ਨੇ ਕਿਹਾ, ਐਂ ਕਰ ਫਿਰ ਮੈਨੂੰ ਆਪਣੇ ਗੁਰੂ ਦੇ ਦਰਸ਼ਨ ਕਰਾ ਦੇ, ਜਿਸ ਗੁਰੂ ਤੇ ਏਡਾ ਭਰੋਸਾ ਤੇਰਾ। ਬਸ ਇਹ ਸਿੱਖ ਦਾ ਜੀਵਨ ਹੈ। ਸਿੱਖ ਨੂੰ ਪ੍ਰਚਾਰ ਕਰਨ ਦੀ ਲੋੜ ਹੀ ਨਾ ਪਵੇ। ਸਿੱਖ ਦੇ ਜੀਵਨ ਨੂੰ ਵੇਖ ਕੇ ਹੀ ਲੋਕ ਅੰਮ੍ਰਿਤ ਛਕ ਲੈਣ ਵੀ ਹਾਂ ਇਹ ਇੱਕ ਸਿੱਖ ਹੈ। ਉਹਦੇ ਜੀਵਨ ਤੋਂ ਇੰਨਾ ਕੁ ਪ੍ਰਭਾਵਿਤ ਹੋ ਜਾਣ ਵੀ ਦੇਖੋ ਇਹ ਕਿੱਡਾ ਬੰਦਗੀ ਵਾਲਾ ਸਿੱਖ ਹੈ, ਉਹ ਜਿਹੜਾ ਆਪ ਜਪੈ ਅਬਰੈ ਨਾਮ ਜਪਾਵੈ। ਇਹ ਗੁਰਸਿੱਖਾਂ ਦੀ ਗੱਲ ਕਰਦੇ ਹਨ ਮਹਾਰਾਜ ਜੀ। ਕਹਿੰਦੇ ਦੇਖੋ ਆਪ ਵੀ ਜਪਦਾ ਹੈ ਤੇ ਤੁਹਾਡੇ ਵਿੱਚ ਬਹੁਤਿਆਂ ਨੇ ਬਾਬੇ ਜਰਨੈਲ ਸਿੰਘ ਦੇ ਦਰਸ਼ਨ ਕਰੇ ਹੋਣਗੇ, ਭਿੰਡਰਾਂ ਵਾਲੇ ਮਹਾਂਪੁਰਖਾਂ ਦੇ। ਇੱਕ ਵਾਰ ਅੱਜ ਲੋਕਾਂ ਨੇ ਬਹੁਤਾ ਚਲੋ ਕੱਟੜਪਣਾ ਬਣਾਤਾ, ਪਰ ਏਡੇ ਕੱਟੜ ਦੀ ਸੀ ਬਾਬਾ ਜੀ ਉਹ ਮਹਾਂਪੁਰਖ ਬਾਬਾ ਜਰਨੈਲ ਸਿੰਘ ਜੀ। ਉਹਨਾਂ ਕੋਲ ਇੱਕ ਸਿੱਖ ਮਿਲਣ ਵਾਸਤੇ ਆ ਗਿਆ, ਅੰਮ੍ਰਿਤਸਰ ਦੀ ਧਰਤੀ ਤਾਂ ਸਰਾਂ ਦੇ ਉੱਤੇ ਬੈਠੀ ਸੀ ਬਾਬਾ ਜੀ ਉੱਪਰ ਅੰਮ੍ਰਿਤ ਵੇਲੇ ਇੱਕ ਸਿੱਖ ਆਇਆ ਮਿਲਣ ਵਾਸਤੇ। ਉਹਦਾ ਦਾੜਾ ਬੰਨਿਆ ਹੋਇਆ ਸੀ ਉਹ ਸਿੱਖ ਦਾ। ਅੱਜ ਤਾਂ ਉਹੀ ਸਿੱਖ ਉਸਲ ਬੱਟੀ ਲੈਣ, ਜੇ ਕੁਝ ਮੜਾ ਜਾ ਅੰਦਰ ਜਰਾਬਾਂ ਪਾ ਕੇ ਜੇ ਤਾਂ, ਜੇ ਮੂੰਹ ਬੰਨੇ ਤਾਂ, ਬਸ ਇਸ ਤਰ੍ਹਾਂ ਹੋ ਜਾਂਦਾ। ਉਹਨੂੰ ਮਾਰਨ ਤੋਂ ਸਿਵਾਏ ਵੀ ਐਂ ਬਸ ਐਂ ਹੋ ਜਾਂਦਾ ਵੀ ਇਹਨੂੰ ਮਾਰ ਹੀ ਦਈਏ। ਬੋਲੋ ਸਤਨਾਮ ਸ੍ਰੀ ਵਾਹਿਗੁਰੂ। ਅਜੀ ਸਿੱਖੀ ਬਾਹਲੀ ਮਹਿੰਗੀ ਕਰਤੀ ਅਸੀਂ ਅੱਜ ਸਿੱਖ। ਜੇ ਕੋਈ ਮੜਾ ਜਾ ਇਸ ਤਰ੍ਹਾਂ ਜਰਾਬਾਂ ਪਾ ਕੇ, ਇਹ ਤਾਂ ਇੱਕ ਕੱਪੜਾ ਹੈ। ਪਰ ਪੁੱਛੋ ਮਹਾਰਾਜ ਜੀ ਤੋਂ, ਸੱਚੇ ਪਾਤਸ਼ਾਹ ਮਹਾਰਾਜ ਜੀ ਕਹਿੰਦੇ ਪੰਜ ਤੱਤ ਕੋ ਤਨ ਰਚਿਓ ਜਾਨੋ ਚਤੁਰ ਸੁਜਾਨ। ਪੰਜ ਤੱਤਾਂ ਦਾ ਘੜਿਆ ਪੂਤਲਾ, ਇਹਦਾ ਨਾਂ ਧਰਿਆ ਬੰਦਾ। ਅੰਦਰੋਂ ਦੇਹੀ ਬਾਹਰੋਂ ਦੇਹੀ ਜਿਹੜੀ ਕੰਚਨ ਵਰਗੀ, ਵਿੱਚ ਮਾਲ ਭਰ ਦਿੱਤਾ ਗੰਦਾ। ਲੈ ਤੁਸੀਂ ਇੱਥੇ ਮਾੜਾ ਜਿਹਾ ਇੱਥੇ ਚਟਾਕ ਮਾਰ ਕੇ ਵੇਖੋ ਅੰਦਰੋਂ ਕੀ ਨਿਕਲੂਗਾ। ਖੂਨ ਹੀ ਨਿਕਲੂਗਾ, ਮਿੱਟੀ ਨਿਕਲੂ, ਇਹੀ ਕੁਝ ਹੈ। ਸਾਡੇ 9 ਦੁਆਰਿਆਂ ਵਿੱਚ ਦੀ ਗੰਦਗੀ ਨਿਕਲਦੀ ਹੈ। 9 ਦੁਆਰੇ ਪ੍ਰਗਟ ਕੀਏ ਦਸਵਾਂ ਗੁਪਤ ਰਖਾ। ਆ 9 ਦੁਆਰਿਆਂ ਵਿੱਚ ਦੀ ਗੰਦਗੀ ਨਿਕਲਦੀ ਹੈ। ਪਰ ਉਹ ਵਿਦਵਾਨ ਲਿਖਦਾ ਹੈ ਇਹਦਾ ਨਾਂ ਧਰਿਆ ਬੰਦਾ, ਬੰਦਾ ਮਨੁੱਖ ਧਰ ਦਿੱਤਾ। ਉੱਪਰੋਂ ਦੇਹੀ ਕੰਚਨ ਵਰਗ, ਉੱਪਰੋਂ ਦਹੀਂ ਵਧੀਆ ਐ ਸਾਬਣ ਸੁਬਣ ਲਾ ਕੇ ਨਹਾ ਕੇ ਵਧੀਆ ਬਸਤਰ ਪਾ ਕੇ, ਪਰ ਵਿੱਚ ਮਾਲ ਭਰ ਦਿੱਤਾ ਗੰਦਾ। ਕਹਿੰਦੇ ਵਿੱਚ ਦੇਖੇ ਤੇ ਕੀ ਹੈ, ਗੰਦਗੀ ਹੈ। ਸਾਡੇ ਮਨੁੱਖਾਂ ਨੇ ਨਹੀਂ ਦੇਖਿਆ। ਜੋ ਫੋਟੋ ਲਾ ਕਈ ਵਾਰੀ ਨਾ ਚਲੋ ਅਸੀਂ ਜਾਂਦੇ ਸਮਾਗਮਾਂ ਤੇ, ਸਾਨੂੰ ਉੱਥੋਂ ਦੇ ਪ੍ਰਬੰਧਕ ਜਾਂ ਗ੍ਰੰਥੀ ਕਹਿੰਦੇ ਨਾ ਨਾ ਬਾਬਾ ਜੀ ਫੋਟੋ ਨਾ ਰੱਖਣ ਦਿਓ ਇੱਥੇ, ਅਸੀਂ ਨਹੀਂ ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ ਵਿੱਚ। ਮੈਂ ਕਿਹਾ ਹਾਂ ਗੰਦਗੀ ਦਾ ਭਰਿਆ ਬੰਦਾ ਬੈਠ ਜਾਵੇ ਪਰ ਫੋਟੋ ਨਾ ਰੱਖਿਓ। ਬੋਲੋ ਸਤਨਾਮ। ਫੋਟੋ ਵਿੱਚ ਗੰਦਗੀ ਨਹੀਂ ਹੈ, ਤੁਸੀਂ ਦੇਖ ਲਓ। ਉੱਪਰ ਗਰਦ ਜ਼ਰੂਰ ਪੈ ਜੂਗੀ, ਤੁਸੀਂ ਫੋਟੋ ਨੂੰ ਭੰਨ ਕੇ ਦੇਖੋ, ਪਾੜ ਕੇ ਦੇਖੋ, ਉਹਦੇ ਵਿੱਚੋਂ ਕੋਈ ਗੰਦਗੀ ਨਹੀਂ ਨਿਕਲਦੀ। ਭੋਰਾ ਕੁਛ ਸਾਡੇ ਲੋਕਾਂ ਨੇ ਸਿੱਖੀ ਮਹਿੰਗੀ ਕਰ ਦਿੱਤੀ। ਸਿੱਖੀ ਤੋਂ ਦੂਰ ਅਸੀਂ ਆਪ ਕਰਿਆ, ਲੋਕ ਨਹੀਂ ਹੋਏ, ਅਸੀਂ ਦੂਰ ਕਰਿਆ। ਸਾਡੀਆਂ ਕਰਤੂਤਾਂ ਦੇ ਦੇ ਕੇ ਲੋਕ ਆਪੀ ਪਿੱਛੇ ਹਟ ਗਏ ਸਿੱਖੀ ਤੋਂ। ਉਹ ਜਿਹੜੇ ਕੁਝ ਕਰਦੇ ਨੇ ਇਹੋ ਜਿਹਾ ਕੁਝ ਸਿੱਖੀ ਦੇ ਵਿੱਚ। ਇਸ ਕਰਕੇ ਸਿੱਖੀ ਦੇ ਨਾਲ ਤਾਂ ਅਸੀਂ ਜੋੜਨਾ ਸੀ। ਮੈਂ ਅਰਜ਼ ਕਰ ਰਿਹਾ ਸੀ, ਬਾਬਾ ਜੀ ਕੋਲੇ ਆ ਗਿਆ, ਮੂਹਰੇ ਚੱਕੀ ਬੰਦੂਕਾਂ ਖੜੇ ਸੀ। ਉਹ ਕਹਿਣ ਲੱਗੇ ਓਏ ਦਾੜੀ ਖੋਲ, ਮੁੰਨੀ ਥੁੰਨੀ ਜੇ ਜੀ ਦਾੜੀ ਮੁੰਨ ਲਈ ਹੋਈ ਜੀ, ਜਿਹੜੀ ਉਹ ਚੜਾ ਲਈ ਬੰਨ ਲਈ ਭਾਵ। ਉਹ ਕਹਿਣ ਲੱਗਾ ਵੀ ਮੈਂ ਨਹੀਂ ਖੋਲਦਾ। ਕੱਟੜ ਬੰਦਾ ਸੀ, ਮੈਂ ਨਹੀਂ ਖੋਲਦਾ ਕਹਿੰਦਾ ਦਾੜੀ, ਮੈਂ ਤਾਂ ਹੀ ਜਾਊਂ ਸੰਤਾਂ ਕੋਲ। ਸੰਤ ਸਾਹਮਣੇ ਬੈਠੇ ਸੀ, ਥੱਲੇ ਬਿਸਤਰਾ ਵਿਛਿਆ ਹੋਇਆ ਸੀ, ਉੱਥੇ ਬੈਠੇ ਸੀ। ਉਹਨੇ ਫੇਰ ਕਿਹਾ ਸੇਵਾਦਾਰ ਨੇ ਵੀ ਦਾੜਾ ਖੋਲ ਦਿਓ। ਕਹਿੰਦਾ ਮੈਂ ਨਹੀਂ ਖੋਲਦਾ। ਬਾਬਾ ਜੀ ਕਹਿਣ ਲੱਗੇ ਆ ਜਾਣ ਦਿਓ, ਅੰਦਰ ਆ ਜਾ। ਅੰਦਰ ਚਲਿਆ ਗਿਆ। ਬਾਬਾ ਜੀ ਕਹਿਣ ਲੱਗੇ ਭਾਈ ਦਾੜਾ ਪ੍ਰਕਾਸ਼ ਕਰ ਲੈ, ਬੰਨਿਆ ਕਿਉਂ ਹੈ? ਉਹ ਕਹਿੰਦਾ ਮੈਂ ਇਹੀ ਪੁੱਛਣ ਵਾਸਤੇ ਆਇਆ, ਤੁਹਾਨੂੰ ਇਹੀ ਪੁੱਛਣ ਵਾਸਤੇ ਆਇਆ। ਮੈਂ ਲੁਧਿਆਣੇ ਤੋਂ ਅੰਮ੍ਰਿਤਸਰ ਰੋਜ਼ਾਨਾ ਆਉਣਾ ਮੋਟਰਸਾਈਕਲ ਤੇ, ਰੋਜ਼ਾਨਾ ਤੁਹਾਨੂੰ ਪੁੱਛਣ ਵਾਸਤੇ ਆਇਆ। ਬਾਬਾ ਜੀ ਕੋਲੇ ਮੇਜ਼ ਪਿਆ ਸੀ, ਉਹ ਮੇਜ਼ ਚੱਕਿਆ ਉਹਨੇ, ਮੇਜ਼ ਦੇ ਉੱਤੇ ਖੜਾ ਹੋ ਗਿਆ, ਤਾਂ ਚੜ ਗਿਆ ਮੇਜ਼ ਦੇ ਉੱਤੇ। ਇਸ ਤਰ੍ਹਾਂ ਆਪਣੀ ਦਾੜੀ ਖੋਲਣ ਲੱਗ ਗਿਆ, ਹੌਲੀ ਹੌਲੀ ਇਸ ਤਰ੍ਹਾਂ ਖੋਲਦਾ ਗਿਆ। ਮੇਜ਼ ਤੋਂ ਖੜੇ ਬੰਦੇ ਦੀ ਦਾੜੀ ਥੱਲੇ ਲੱਗ ਗਈ। ਕਹਿਣ ਲੱਗਾ ਬਾਬਾ ਜੀ ਹੁਣ ਦੱਸੋ, ਮੈਂ ਅੰਮ੍ਰਿਤਸਰ ਰੋਜ਼ ਆਉਣਾ ਲੁਧਿਆਣੇ ਤੋਂ, ਡਿਊਟੀ ਕਰਦਾ, ਹੁਣ ਦੱਸੋ ਮੈਂ ਖੋਲ ਕੇ ਰੱਖਾਂ ਜਾਂ ਬੰਨ ਕੇ ਰੱਖਾਂ? ਪਤਾ ਕੀ ਜਵਾਬ ਦਿੱਤਾ ਸੀ ਬਾਬਾ ਜਰਨੈਲ ਸਿੰਘ ਨੇ? ਪਹਿਲੀ ਗੱਲ ਤਾਂ ਉਹਦਾ ਉੱਠ ਕੇ ਸਤਿਕਾਰ ਕਰਿਆ ਬਾਬਾ ਜੀ ਨੇ, ਤੂੰ ਧੰਨ ਹੈ, ਏਡੀ ਵੱਡੀ ਗੁਰਸਿੱਖੀ ਦੀ ਦਾਤ ਸਾਂਭੀ ਬੈਠਾ ਹੈ। ਦੂਜਾ ਵਚਨ ਕਰਿਆ ਬਾਬਾ ਜੀ ਨੇ, ਉਹ ਕਹਿਣ ਲੱਗੇ ਇਉਂ ਕਰਿਆ ਕਰ, ਅੰਮ੍ਰਿਤ ਵੇਲੇ ਇਸ਼ਨਾਨ ਧਿਆਨ ਕਰਕੇ ਦਾੜਾ ਪ੍ਰਕਾਸ਼ ਕਰਕੇ ਨਿਤਨੇਮ ਕਰ ਲਿਆ ਕਰ। ਨਿਤਨੇਮ ਕਰਨ ਤੋਂ ਬਾਅਦ ਫਿਰ ਦਾੜੀ ਬੰਨ ਕੇ ਆਪਦਾ ਡਿਊਟੀ ਤੇ ਆ ਜਾਇਆ ਕਰ। ਬੋਲੋ ਸਤਨਾਮ ਸ੍ਰੀ ਵਾਹਿਗੁਰੂ। ਇੰਨੇ ਵਧੀਆ ਸੰਤ ਸੀ ਬਾਬਾ ਜਰਨੈਲ ਸਿੰਘ। ਉਹਨਾਂ ਨੂੰ ਦੇਖ ਕੇ ਹੀ ਲੋਕ ਸਿੱਖ ਬਣ ਗਏ ਸੀ, ਉਹਨਾਂ ਨੂੰ ਵੇਖ ਕੇ ਹੀ।
ਅੱਜ ਸਾਡੇ ਕਹੇ ਤੋਂ ਨਹੀਂ ਬਣਦੇ, ਅਸੀਂ ਕਿੰਨਾ ਜ਼ੋਰ ਲਾਉਂਦੇ ਆਂ ਬਰਸ਼ਾ ਕਰੋ ਤੇ ਛਕ ਲੋ। ਨਹੀਂ, ਮੈਂ ਤਾਂ ਇਹ ਕਹਿੰਦਾ ਜੇ ਤੁਹਾਡਾ ਮਨ ਮੰਨਦਾ ਤਾਂ ਛਕੋ, ਤੇ ਨਹੀਂ ਨਾ ਫਿਰ ਗੁਰੂ ਨੂੰ ਨਾ ਲਾਜ ਲਾਓ। ਅੱਜ ਭਾਈ ਤਿਲਕੂ, ਉਹ ਤੇਰੇ ਗੁਰੂ ਵਿੱਚ ਕਿੱਡਾ ਗੁਣ ਹੈ। ਭਾਈ ਤਿਲਕੂ ਕਹਿਣ ਲੱਗਾ ਮੇਰੇ ਗੁਰੂ ਦੇ ਵਿੱਚ ਤਾਂ ਬਹੁਤੇ ਗੁਣ ਨੇ, ਚੱਲ ਕਿਤੇ ਮੇਰੇ ਗੁਰੂ ਦੇ ਦਰ ਦੇ ਉੱਤੇ, ਫਿਰ ਤੈਨੂੰ ਆਪ ਹੀ ਪਤਾ ਲੱਗ ਜੂਗਾ। ਚੱਲ ਫਿਰ ਮੈਨੂੰ ਭਾਈ ਤਿਲਕੂ ਤੇਰੇ ਗੁਰੂ ਦੇ ਦਰਸ਼ਨ ਕਰਾ। ਭਾਈ ਤਿਲਕੂ ਜੋਗੀ ਜਨ ਕੁਝ ਨਾਲ ਸੇਵਕਾਂ ਨੂੰ ਲੈ ਕੇ ਭਾਈ ਤਿਲਕੂ ਗੜ੍ਹ ਸ਼ੰਕਰ ਦੀ ਧਰਤੀ ਤੋਂ ਅੰਮ੍ਰਿਤਸਰ ਵੱਲ ਤੁਰ ਪਿਆ। ਸੋਚਦਾ ਜਾਂਦਾ ਭਾਈ ਤਿਲਕੂ ਨੇ ਬਾਣੀ ਪੜ੍ਹਨੀ ਸ਼ੁਰੂ ਕਰ ਦਿੱਤੀ। ਜੋਗੀ ਜਨ ਨੇ ਪੁੱਛਿਆ ਵੀ ਤੇਰੇ ਗੁਰੂ ਦੀ ਉਮਰ ਕਿੰਨੀ ਕੁ ਹੈ, ਤੇਰੇ ਗੁਰੂ ਦੀ ਉਮਰ ਕਿੰਨੀ? ਭਾਈ ਤਿਲਕੂ ਨੇ ਹੱਥ ਬੰਨ੍ਹ ਕੇ ਆਖਿਆ ਮੇਰੇ ਗੁਰੂ ਦੀ ਉਮਰ 30 ਤੇ 35 ਦੇ ਦਰਮਿਆਨ ਹੈ, ਬਸ 35 ਸਾਲ ਦੇ ਮੇਰੇ ਗੁਰੂ ਨੇ। ਜੋਗੀ ਜਨ ਦੀ ਉਮਰ ਸੀ 110 ਸਾਲ ਦੀ। ਕਹਿਣ ਲੱਗਾ ਹੈ ਤੇਰੇ ਗੁਰੂ ਦੀ 30-35 ਸਾਲ ਦੀ ਉਮਰ ਹੈ? ਕਹਿੰਦਾ ਹਾਂ। ਭਾਈ ਤਿਲਕੂ ਕਹਿਣ ਲੱਗਿਆ ਹਾਂ। ਜੋਗੀ ਜਨ ਕਹਿਣ ਲੱਗਿਆ ਜਦ ਮੈਂ 30-35 ਸਾਲਾਂ ਦੇ ਬੱਚੇ ਅੱਗੇ ਜਿਹੜਾ ਆਪਣਾ ਸਿਰ ਝੁਕਾਊਂਗਾ ਮੈਨੂੰ ਲੋਕ ਕੀ ਕਹਿਣਗੇ? ਮਨ ਵਿੱਚ ਥੋੜਾ ਜਿਹਾ ਹੰਕਾਰ ਆ ਗਿਆ। ਭਾਈ ਤਿਲਕੂ ਕਹਿਣ ਲੱਗਿਆ ਉਹ ਮੈਂ ਤੁਹਾਡੇ ਗੁਰੂ ਅੱਗੇ ਸਿਰ ਝੁਕਾ। ਭਾਈ ਤਿਲਕੂ ਕਹਿੰਦਾ ਨਾ ਝੁਕਾਈ, ਤੈਨੂੰ ਕਿਹੜਾ ਕਹਿੰਦਾ ਸਾਡਾ ਗੁਰੂ ਵੀ ਸਿਰ ਝੁਕਾ ਕੇ? ਨਹੀਂ, ਕਿਸੇ ਨੂੰ ਨਹੀਂ ਕਹਿਣਾ ਗੁਰੂ ਸਾਡਾ। ਇਹ ਤਾਂ ਸਿੱਖ ਦੀ ਭਾਵਨਾ ਹੈ, ਸ਼ਰਧਾ ਹੈ। ਜੇ ਸਿੱਖਾ ਤੇਰੇ ਅੰਦਰ ਭਾਵਨਾ ਹੈ ਫਿਰ ਗੁਰੂ ਤੇਰੇ ਸਦਾ ਅੰਗ ਸੰਗੇ ਅਪੰਗੰਗ ਬਤੂਤੇ। ਜੇ ਭਾਵਨਾ ਨਹੀਂ ਹੈ ਫਿਰ ਸੰਤ ਦਰਬਾਰੀ ਦਾਸ ਜੀ ਮਹਾਰਾਜ ਲੋਕੋਂ ਵਾਲੇ ਕਹਿੰਦੇ ਹੁੰਦੇ ਉਹ ਕੀ ਕਹਿੰਦੇ? ਭਾਵਨਾ ਤੋਂ ਬਿਨਾ ਕੈਸੇ ਪਾਵੇਂਗਾ ਮਹਾਰਾਜ ਕੋ, ਭਾਵਨਾ ਤੋਂ ਬਿਨਾ ਕੈਸੇ ਪਾਵੇਂਗਾ ਮਹਾਰਾਜ। ਲੋੜ ਸ਼ਰਧਾ ਦੀ ਹੈ, ਲੋੜ ਭਾਵਨਾ ਦੀ ਹੈ। ਉਮਰ ਦਾ ਨਹੀਂ ਕੋਈ ਤਗਾਦਾ ਹੁੰਦਾ ਵੀ ਉਹ ਛੋਟੀ ਉਮਰ ਦੇ ਨੇ ਮੈਂ ਵਡੇਰੀ ਹਾਂ। ਕਈ ਬੰਦਿਆਂ ਨੂੰ ਤਾਂ ਇਹੀ ਮਾਣ ਹੁੰਦਾ ਅਸੀਂ ਤਾਂ ਸਿਆਣੇ ਹੋ ਗਏ, ਬਜ਼ੁਰਗ ਹੋ ਗਏ। ਪਰ ਮਹਾਰਾਜ ਜੀ ਕਹਿਣ ਲੱਗੇ ਠੀਕ ਹੈ ਚਲੋ ਇਹ ਵੀ ਹੈ ਭਏ ਕੇਸ ਦੁੱਧ ਵਾਨੀ ਰੂਟਾ ਕੰਠ ਸ਼ਬਦ ਨਹੀਂ ਉਚਰਿਆ ਬਕੈ ਕਰਿਆ ਪ੍ਰਾਨੀ। ਇਹ ਵੀ ਜ਼ਰੂਰੀ ਹੈ ਪਰ ਉਹਦੇ ਨਾਲ ਨਾਲ ਗਿਆਨ ਦੀ ਵੀ ਜਿਹੜੀ ਉਹ ਬਹੁਤ ਜ਼ਰੂਰਤ ਹੈ। ਹੁਣ ਭਾਈ ਤਿਲਕੂ ਕਹਿਣ ਲੱਗਿਆ ਚੱਲ ਜੋਗੀ ਜਨ ਕਹਿਣ ਲੱਗਿਆ ਹੁਣ ਜੇ ਵਾਪਸ ਮੁੜਦਾ ਤਾਂ ਵੀ ਔਖਾ ਹੈ, ਜੇ ਮੈਂ ਜਾਣਾ ਤਾਂ ਵੀ ਔਖਾ ਹੈ। ਜੇ ਮੈਂ ਇੱਥੋਂ ਵਾਪਸ ਮੁੜਦਾ ਫਿਰ ਇਹਦੇ ਚੇਲੇ ਮੇਰੇ ਚੇਲੇ ਕਹਿਣਗੇ ਵੀ ਪਹਿਲਾਂ ਤਾਂ ਗੁਰੂ ਤੇ ਸ਼ਰਧਾ ਵੱਜ ਗਈ ਹੁਣ ਵਾਪਸ ਮੁੜਦਾ। ਭਾਈ ਤਿਲਕੂ ਕਹਿਣ ਲੱਗਿਆ ਤੇਰੀ ਮੌਜ ਹੈ ਦੇਖ ਲੈ। ਫਿਰ ਪਿਆਰ ਦੇ ਵਿੱਚ ਆ ਕੇ ਭਾਈ ਤਿਲਕੂ ਜੀ श्री गुरु अर्जन देव महाराज ध्यान करके कहने लगे सच्चे पातशाह
ਹੁਣ ਜੋਗੀ ਰਾਜ ਦੇ ਸਾਰੇ ਸ਼ੰਕੇ ਤੂੰ ਆਪ ਨਿਵਰਤ ਕਰ ਦੇ ਕਿਰਪਾ ਕਰ ਦੇ। ਭਾਈ ਤਿਲਕੂ ਜੀ ਬੜੇ ਪਿਆਰ ਚਾ ਕੇ ਸ਼੍ਰੀ ਗੁਰੂ ਅਰਜਨ ਦੇਵ ਮਹਾਰਾਜ ਦਾ ਧਿਆਨ ਧਰ ਕੇ ਤੇ ਉਸ ਜੋਗੀ ਰਾਜ ਨੂੰ ਕਹਿਣ ਲੱਗਿਆ, ਜੀ ਪਹਿਲਾਂ ਸੋਚ ਲੈ ਪ੍ਰੇਮ ਲਕੋਇਆ ਵੀਰੀ ਜਾਣਾ, ਪਹਿਲਾਂ ਸੋਚ ਲੈ ਪ੍ਰੇਮ ਲਕੋਇਆ ਵੀਰੀ ਜਾਣਾ। ਪਹਿਲਾਂ ਸੋਚ ਲੈ ਇੱਕ ਪ੍ਰੇਮ ਹੁੰਦਾ ਹੈ, ਇੱਕ ਵਿਖਾਵਾ ਹੁੰਦਾ ਹੈ। ਮੈਂ ਅੱਜ ਕਰੀ ਸੀ ਜਦੋਂ ਭੋਗ ਪਾਇਆ ਬਈ ਇੱਕ ਦਿਨ ਜ਼ਰੂਰ ਬਾਬੇ ਵਾਸਤੇ ਕੱਢਿਆ ਕਰੋ, ਇੱਕ ਦਿਨ। ਪਰਸੋਂ ਦਾ ਖੰਡ ਪਾਠ ਪ੍ਰਕਾਸ਼ ਹੋਇਆ, ਪਰਸੋਂ ਦੀ ਕਿਹੜਾ ਤੇ ਸਟੇਜ ਲੱਗੀ ਹੈ, ਅੱਜ ਦਾ ਹੀ ਦਿਨ ਹੁੰਦਾ। ਇੱਕ ਦਿਨ ਤਾਂ ਜ਼ਰੂਰ ਕਿਤੇ ਵੀ ਘਰ ਜਾਣ ਲੱਗੇ ਇਹ ਨਹੀਂ ਹੈ ਵੀ ਚਲੋ ਸਾਡਾ ਕੰਮ ਤੇ ਜਾਣਾ ਜੀ, ਅਸੀਂ ਕੰਮ ਵੀ ਇੱਥੇ ਨੂੰ ਇੱਕ ਦਿਨ ਨਾ ਕਰਾਂਗੇ ਕੋਈ ਬਹੁਤਾ ਫਰਕ ਨਹੀਂ ਪੈਂਦਾ। ਜੇ 29 ਦਿਨ ਕਰਕੇ ਕੰਮ ਤੁਹਾਡਾ ਢਿੱਡ ਨਹੀਂ ਨਾ ਭਰਦਾ ਫਿਰ ਇੱਕ ਦਿਨ ਵੀ ਨਹੀਂ ਭਰਦਾ। ਬੋਲੋ ਸਤਨਾਮ ਸ਼੍ਰੀ ਵਾਹਿਗੁਰੂ। ਜੇ ਆ ਗਏ ਫਿਰ ਤਾਂ ਇਸ ਤਰ੍ਹਾਂ ਹੋਵੇ, ਹੱਦ ਟੱਪੇ ਔਲੀਆ ਬੇਹੱਦ ਟੱਪੇ ਪੀਰ, ਹੱਦ ਬੇਹੱਦ ਦੋਨੋਂ ਟੱਪੇ ਤਿੰਨ ਕਾ ਨਾਮ ਫਕੀਰ। ਜੇ ਘਰ ਬਾਰ ਛੱਡੇ ਹੀ ਥੋੜੇ ਸਮੇਂ ਬਾਅਦ, ਜੋ ਘਰ ਛੱਡ ਗਵਾਵਣਾ ਸੋ ਲੱਗਾ ਮਰਵਾਹੇ, ਜਿੱਥੇ ਜਾਏ ਤੁਧ ਵਰਤਣਾ ਤਿਸ ਕੀ ਚਿੰਤਾ ਨਾਏ। ਘਰਾਂ ਦੇ ਵਿੱਚ ਇੰਨੇ ਖੱਚਤ ਹੋਏ ਪਏ ਹੈ ਵੀ ਯਕੀਨ ਹੀ ਨਹੀਂ ਹੈ ਵੀ ਸ਼ਾਇਦ ਜੇ ਅਸੀਂ ਨਾ ਮੁੜ ਕਿਤੇ ਘਰ ਤਪੀ ਨਾ ਚਲਿਆ ਜਾਵੇ ਸਾਡਾ। ਬੋਲੋ ਸਤਨਾਮ ਸ੍ਰੀ ਵਾਹਿਗੁਰੂ। ਆਹੀ ਸਮਾਂ ਥੋੜਾ ਜਿਹਾ ਗੁਰੂ ਦੀ ਗੋਦ ਅੰਦਰ ਬੈਠਣ ਦਾ ਪਿਆਰਿਓ। ਮਹਾਰਾਜ ਜੀ ਕਹਿੰਦੇ ਇੱਥੇ ਬੈਠ ਕੇ ਸਮਾਂ ਜਿਹੜਾ ਸਫਲਾ ਹੁੰਦਾ। ਦੇਖਿਆ ਮੈਂ ਬਹੁਤ ਸੰਗਤ ਲੰਗਰ ਛਕ ਕੇ ਜਾਈ ਜਾਂਦੇ। ਚਲੋ ਜਾਣਾ ਨਾ ਜਾਣਾ ਤੁਹਾਡੀ ਮਰਜ਼ੀ ਹੈ। ਬੈਠਣ ਦੇ ਨਾਲ ਕੋਈ ਮੈਨੂੰ ਤੁਸੀਂ ਵੋਟਾਂ 'ਚ ਜਿਤਾਉਣ ਨਹੀਂ ਲੱਗੇ, ਮੈਂ ਕੋਈ ਐਮਐਲਏ ਨਹੀਂ ਬਣਨ ਲੱਗਿਆ ਜੇ ਤੁਸੀਂ ਇੱਥੇ ਬਹਿ ਜਾਓਗੇ। ਪਰ ਇਹ ਹੈ ਵੀ ਜਿੰਨਾ ਚਿਰ ਗੁਰੂ ਦੀ ਗੋਦ ਅੰਦਰ ਬੈਠ ਕੇ ਆਪਾਂ ਅੰਮ੍ਰਿਤਮਈ ਬਾਣੀ ਦੇ ਨਾਲ ਜੁੜ ਜਾਂਗੇ ਨਾ, ਉਹਨਾਂ ਕੁ ਸਮਾਂ ਸਾਡਾ ਰਹੀ ਗਾਸ ਤੇ ਘੱਤ ਸਮੇਂ ਨੇ ਇੱਕ ਨਾ ਮੰਨੀ ਫੜ ਰਹੀ ਧਰੀ ਸਮੇਂ ਕਿ ਸ਼ਕਾਈ ਕਮੀ ਇਹ ਸਫਲ ਡਰਦਾ ਜਾਣਦਾ ਲੰਘ ਗਿਆ ਨਾ ਮੁੜ ਕੇ ਆਮਦ। ਆ ਸਮਾਂ ਸਫਲ ਹੈ ਜਿੰਨਾ ਕੁ ਸਮਾਂ ਆਪਾਂ ਗੁਰੂ ਦੀ ਗੋਦ ਅੰਦਰ ਬੈਠਾਂਗੇ। ਇਸ ਕਰਕੇ ਕੰਮ ਤਾਂ ਨਹੀਂ ਮੁੱਕਣੇ ਹੈ, ਕੰਮ ਤਾਂ ਸਾਡੇ ਉੱਥੇ ਜਾ ਕੇ ਮੁੱਕਣਗੇ। ਬਸ ਜਦੋਂ 4 ਬੰਦੇ ਚੱਕ ਕੇ ਲੈ ਗਏ ਉੱਥੇ ਕੰਮ ਫਿਰ ਮੁੱਕ ਜਾਣਗੇ। ਫਿਰ 10 ਕੁ ਦਿਨ ਬਸ ਬਾਅਦ 'ਚ ਚੱਲੂਗਾ ਕੰਮ। ਉਸ ਤੋਂ ਬਾਅਦ ਚਲੋ ਜੀ। ਇਹ ਕਰਕੇ ਆਓ। ਬੇਨਤੀ ਹੈ ਸੰਗਤਾਂ ਨੂੰ, ਭਾਈ ਗੁਰੂ ਦੀ ਗੋਦ ਅੰਦਰ ਸਜੋ ਪਿਆਰਿਓ। ਲੰਗਰ ਪਾਣੀ ਦਾ ਛਕੀ ਜਾਣਾ ਸੀ, ਲੰਗਰ ਵੀ ਜ਼ਰੂਰ ਛਕਣਾ, ਪਰ ਲੰਗਰ ਛਕ ਕੇ ਗੁਰੂ ਦੀ ਗੋਦ ਅੰਦਰ ਬੈਠ ਜਾਓ। ਭਾਈ ਤਿਲਕੂ ਜੀ ਜੋਗੀ ਰਾਜ ਨੂੰ ਲੈ ਕੇ ਅੰਮ੍ਰਿਤਸਰ ਦੀ ਧਰਤੀ ਦੇ ਨੇੜੇ ਪਹੁੰਚੇ। ਜਾਣੀ ਜਾਣ ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਸ਼੍ਰੀ ਗੁਰੂ ਅਰਜਨ ਦੇਵ ਮਹਾਰਾਜ ਜੀ ਨੇ ਦੇਖਿਆ
ਵੀ ਭਾਈ ਤਿਲਕੂ ਜੀ ਆ ਰਹੇ ਨੇ, ਗੜ ਸ਼ੰਕਰ ਦੀ ਧਰਤੀ ਦੇ ਰਹਿਣ ਵਾਲੇ, ਤੇ ਨਾਲ ਉਹਨਾਂ ਦੇ ਇੱਕ ਜੋਗੀ ਜਨ ਹੈ ਜਿਹਦੀ 110 ਸਾਲ ਦੀ ਉਮਰ ਹੈ, ਵਡੇਰੀ ਉਮਰ ਦਾ। ਚਲੋ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਜੀ ਕਹਿਣ ਲੱਗੇ, ਉਹਦੇ ਮਨ ਵਿੱਚ ਸ਼ੰਕਾ ਹੈ, ਕਹਿੰਦੇ ਜਦੋਂ ਮਨ ਵਿੱਚ ਸ਼ੰਕਾ ਆ ਜਾਵੇ ਨਾ ਫਿਰ ਕੁਝ ਪ੍ਰਾਪਤ ਨਹੀਂ ਗੁਰੂ ਕੋਲੋਂ ਹੁੰਦਾ ਪਿਆਰੇ। ਅੱਜ ਅਸੀਂ ਸ਼ੰਕਿਆਂ ਦੀ ਭਰੇ ਹੋਏ ਆ, ਬਸ ਹਰ ਇੱਕ ਗੱਲ ਤੇ ਸ਼ੰਕਾ, ਮਾੜੀ ਗੱਲ ਤੇ ਸ਼ੰਕਾ। ਮਹਾਰਾਜ ਜੀ ਕਹਿੰਦੇ ਜਦੋਂ ਮਨ ਵਿੱਚ ਸ਼ੰਕਾ ਆ ਗਈ ਫਿਰ ਕੁਝ ਗੁਰੂ ਤੋਂ ਪ੍ਰਾਪਤ ਨਹੀਂ ਹੁੰਦਾ ਹੈ। ਗੁਰੂ ਕੋਲ ਇੱਕ ਚੀਜ਼ ਨਾਲ ਪ੍ਰਾਪਤੀ ਹੋ ਸਕਦਾ, ਉਹ ਕੀ ਸ਼ਰਧਾ, ਪ੍ਰੇਮ, ਭਾਵਨਾ। ਜਿਨ ਪ੍ਰੇਮ ਕੀਓ ਤਿਨ ਹੀ ਪ੍ਰਭ ਪਾਇਓ। ਸ਼ਰਧਾ ਟੁੱਟ ਜਾਂਦੀ ਜੀ ਮਨ ਵਿੱਚ ਜੇ ਪੈ ਜੇ ਸ਼ੰਕਾ, ਸ਼ਰਧਾ ਟੁੱਟ ਜਾਂਦੀ ਜੀ ਮਨ ਵਿੱਚ ਪੈ ਜੇ ਸ਼ੰਕਾ, ਸ਼ਰਧਾ ਟੁੱਟ ਜਾਂਦੀ ਜੀ ਮਨ ਵਿੱਚ ਜੇ ਪੈ ਜੇ ਸ਼ੰਕਾ, ਸ਼ਰਧਾ ਟੁੱਟ ਜਾਂਦੀ ਜੀ ਮਨ ਵਿੱਚ ਜੇ ਪੈ ਜੇ ਸ਼ੰਕਾ, ਸ਼ਰਧਾ ਟੁੱਟ ਜਾਂਦੀ ਜੀ ਮਨ ਵਿੱਚ ਜੇ ਪੈ ਜੇ ਸ਼ੰਕਾ, ਸ਼ਰਧਾ ਟੁੱਟ ਜਾਂਦੀ ਜੀ ਮਨ ਵਿੱਚ ਜੇ ਪੈ ਜੇ ਸ਼ੰਕਾ। ਮਨ ਵਿੱਚ ਜੇ ਪੈ ਜੇ ਸ਼ੰਕਾ, ਮਨ ਵਿੱਚ ਜੇ ਪੈ ਜੇ ਸ਼ੰਕਾ, ਮਨ ਵਿੱਚ ਜੇ ਪੈ ਜੇ ਸ਼ੰਕਾ, ਮਨ ਵਿੱਚ ਜੇ ਪੈ ਜੇ ਸ਼ੰਕਾ। ਮਨ ਵਿੱਚ ਜੇ ਪੈ ਜੇ ਸ਼ੰਕਾ, 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 ਮਨ ਵਿੱਚ ਜੇ ਪੈ ਜੇ ਸ਼ੰਕਾ। ਸ਼ਰਧਾ ਟੁੱਟ ਜਾਂਦੀ ਮਨ ਵਿੱਚ ਪੈ ਜੇ ਸ਼ੰਕਾ, ਸ਼ਰਧਾ ਟੁੱਟ ਜਾਂਦੀ ਜੀ ਮਨ ਵਿੱਚ ਪੈ ਜੇ ਸ਼ੰਕਾ। ਸ਼ਰਧਾ ਟੁੱਟ ਜਾਂਦੀ ਜੀ ਮਨ ਵਿੱਚ ਜੇ ਪੈ ਜੇ ਸ਼ੰਕਾ, ਸ਼ਰਧਾ ਟੁੱਟ ਜਾਂਦੀ ਜੀ ਮਨ ਵਿੱਚ ਜੇ ਪੈ ਜੇ ਸ਼ੰਕਾ, ਸ਼ਰਧਾ ਟੁੱਟ ਜਾਂਦੀ ਜੀ ਮਨ ਵਿੱਚ ਜੇ ਪੈ ਜੇ ਸ਼ੰਕਾ, ਸ਼ਰਧਾ ਟੁੱਟ ਜਾਂਦੀ ਜੀ ਮਨ ਵਿੱਚ ਜੇ ਪੈ ਜੇ ਸ਼ੰਕਾ। आज कहने गुर की मूर्त मन में ध्यान, गुर का शब्द मंत्र मन मान, गुर के चरण हृदय ले धारो, गुर पार ब्रह्म सदा नमस्कारो। मत को भरम भूले संसार, बिन गुर बिन कोई न उतर सिपार। भूले को गुर मार्ग पाया, पर त्याग हर भगति लाया। भाई तिलकू जी कहन लगे चलता सी मेरे गुरु कोले, मेरा गुरु पूरी सिफत वाला, तेरिया मत्तां रब क्यों मारियां ने। टोबे छप्पड़ा विच नहीं हथ पाउंदे, लाउंदे सागरां विच जो तारियां ने। ते कहन लगे चल मेरे गुरु अर्जन देव महाराज जी कहन लगे जोगी जन दे मन विच शंका आ गई, इउं करो अंबरसर की धरती तो बाहरले पासे एक तंबू ला दिओ, दोनों पासे जगह बना दे बैठने वास्ते, विचाले एक कनात ला दो। इस तरह विचाले एक पासे जोगी जन दा आसन ला दो, एक पासे साडा आसन ला दो। ते जदों भी भाई तिलकू आया उस वक्त भाई तिलकू नूं कह दो जोगी राज नूं इधरले पासे बिठा दो, इधरले पासे गुरु अर्जन देव महाराज जी बैठणगे। अंबरसर की धरती में जब नेड़े आए भाई तिलकू ने नमस्कार करी अपने गुरु के पवित्र स्थान नूं, अठ अंग ला के। ये भी एक भगती है, गुरु नूं नमस्कार करना एक भगती है। 9 प्रकार की भगती विचों एक गुरु नूं नमस्कार करना भगती, इहनूं नौधा भगती कहते हैं। चलो बहुते का सत्कार सहित 8 अंग ला के गुरु नूं मत्था टेकदे, अष्टांग डंडौत कहते हैं। 8 अंग ला के दोनों हथ, दोनों कूणियां, मत्था, नक हो गया, गोडे हो गए, 8 अंग ला के गुरु। कई चलो मेरे वर्गे ऐसे होंगे ने रुपया भगा के मारिया गोलक दे विच ते हथ ला के ते इस तरह वापस मोड़ आए। महाराज जी कहते एक भगती है, बंदगी करनी है, जिहड़ी गुरु नूं नमस्कार करनी है। संत अतर सिंह जी मस्तवाणा साहब वाले चले गए अंबरसर की पवित्र धरती उत्ते। जदों मत्था टेकन लगे ना गुरु ग्रंथ साहब महाराज की गोद अंदर गुरु रामदास के चरणों विच 1 घंटा पूरा मत्था घसाई गए, 1 घंटा। जदों उठे उन्हां दे मत्थे दे विच 1 रुपये जिहड़ा चटाक पै गया मत्थे दे विच।
ਸੇਵਕਾਂ ਨੇ ਪੁੱਛਿਆ ਬਾਬਾ ਜੀ ਇੰਨਾ ਮੱਥਾ ਤੁਸੀਂ? ਉਹ ਕਹਿਣ ਲੱਗੇ ਜਦੋਂ ਮੈਂ ਤੁਰਿਆ ਆ ਰਿਹਾ ਸੀ ਨਾ, ਕਈਆਂ ਨੇ ਸ਼ਰਧਾ ਅਨੁਸਾਰ, ਕਈਆਂ ਨੇ ਕਿਵੇਂ ਮੈਨੂੰ ਹੱਥ ਬੰਨ੍ਹ ਕੇ ਮੱਥਾ ਟੇਕਿਆ, ਮੈਂ ਤਾਂ ਗੁਰੂ ਰਾਮਦਾਸ ਮਹਾਰਾਜ ਦੇ ਚਰਨਾਂ ਵਿੱਚ ਆਪਣਾ ਉਧਾਰ ਮੋੜ ਲਿਆ ਸੀ। ਭਗਤੀ ਹੈ, ਇੱਕ ਬੰਦਗੀ ਹੈ, ਗੁਰੂ ਨਮਸਕਾਰ ਕਰਨਾ। ਤੇ ਉਹ ਲਿਖਦੇ ਵੀ ਆ, ਵਿਦਵਾਨ ਨੇ ਲਿਖਿਆ, ਸੀਸ ਨਵਾਏ ਗਿਰ ਪਰੈ ਬਹੁ ਪਾਪਨ ਕੀ ਪੋਟ, ਤਾਤੇ ਸੀਸ ਨਵਾਈਏ ਲੱਗੇ ਨਾ ਜਮ ਕੀ ਚੋਟ। ਕਹਿੰਦੇ ਗੁਰੂ ਦੇ ਚਰਨਾਂ ਦੇ ਵਿੱਚ ਸੀਸ ਨਵਾਉਣ ਦੇ ਨਾਲ ਫਿਰ ਜਮਾਂ ਦੀਆਂ ਚੋਟਾਂ ਤੋਂ ਮਨੁੱਖ ਬਚ ਜਾਂਦਾ ਹੈ। ਤੇ ਆਓ ਖੈਰ ਗੁਰੂ ਜੀ ਨੇ ਵੀ ਸ਼ੰਕਾ ਕੱਢ ਦਿੱਤਾ। ਜੋਗੀ ਰਾਜ ਪਹੁੰਚਿਆ, ਸਿੱਖਾਂ ਨੇ ਹੱਥ ਬੰਨ੍ਹ ਕੇ ਸਤਿਕਾਰ ਕਰਿਆ। ਜੋਗੀ ਜਨ ਆ ਤੁਹਾਡਾ ਆਸਣ ਲਾਇਆ ਮੇਰੇ ਗੁਰੂ ਨੇ। ਇਧਰਲੇ ਪਾਸੇ ਸੱਜੋ ਵਿਚਾਲੇ ਕਨਾਤ ਲੱਗੀ ਵੇਖੀ। ਜੋਗੀ ਜਨ ਸਮਝ ਗਿਆ ਉਹ ਗੁਰਪੂਰਾ ਹੈ। ਗੁਰਪੂਰਾ ਜਿਨ ਸਿਮਰਿਆ ਸੇਈ ਭਏ ਨਿਹਾਲ, ਨਾਨਕ ਨਾਮ ਅਰਾਧਨਾ ਕਾਰਜ ਆਵਰਾ। ਸੋ ਮੇਰਾ ਗੁਰਪੂਰਾ ਹੈ। ਭਾਈ ਤਿਲਕੂ ਹੱਥ ਬੰਨ੍ਹ ਕੇ ਖੜ ਗਿਆ, ਸੱਚੇ ਪਾਤਸ਼ਾਹ ਤੂੰ ਧੰਨ ਹੈ। ਮੈਂ ਤਾਂ ਦਿਲ ਵਿੱਚ ਹੀ ਅਰਦਾਸ ਕਰਦਾ ਸੀ, ਉਹ ਕਿਹੜੀ ਜਾਣੀ ਜਾਣ ਦਿਲਾਂ ਦੀਆਂ ਜਾਣਦਾ, ਜਾਣੀ ਜਾਣ ਦਿਲਾਂ ਦੀਆਂ ਜਾਣਦਾ। ਜੋਗੀ ਜਨ ਬਹਿ ਗਿਆ। ਜੋਗੀ ਜਨ ਦੇ ਚੇਲੇ ਵੀ ਸਾਰੇ ਬੈਠ ਗਏ ਤੇ ਗੁਰੂ ਅਰਜਨ ਦੇਵ ਮਹਾਰਾਜ ਜੀ ਆ ਗਏ। ਦੂਸਰੇ ਪਾਸੇ ਸੱਜ ਗਏ। ਅਗਲੇ ਪਾਸੇ ਕਨਾਤ ਲੱਗੀ ਸੀ ਨਾ, ਉਧਰਲੇ ਪਾਸੇ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਜੀ ਆ ਕੇ ਸੱਜ ਗਏ। ਆਵਾਜ਼ ਦਿੱਤੀ ਜੋਗੀ ਜਨ, ਐ ਪਿਆਰ ਦੀ ਮਿੱਠੀ ਆਵਾਜ਼, ਜੋਗੀ ਜਨ ਕੀ ਹਾਲ ਹੈ ਤੁਹਾਡਾ? ਰਸਤੇ ਵਿੱਚ ਆਉਂਦਿਆਂ ਕੋਈ ਤਕਲੀਫ? ਜੋਗੀ ਜਨ ਦੇ ਕੰਨਾਂ ਵਿੱਚ ਦੀ ਆਵਾਜ਼ ਜਿਹੜੀ ਹਿਰਦੇ ਵਿੱਚ ਗਈ, ਘਰ ਘਰ ਗਈ, ਸ਼ਾਂਤੀ ਆ ਗਈ, ਸ਼ਾਂਤੀ। ਇੰਨੀ ਪਿਆਰੀ ਆਵਾਜ਼। ਗੁਰੂ ਜੀ ਜਦੋਂ ਬੋਲਦੇ ਨੇ ਮਿੱਠਾ ਬੋਲਦੇ ਨੇ, ਮਿੱਠ ਬੋਲੜਾ ਜੀ ਹਰ ਸੱਜਣ ਸੁਆਮੀ ਮੋਰਾ। ਜਦੋਂ ਗੁਰੂ ਬੋਲਦਾ ਮਿੱਠਾ ਬੋਲਦਾ। ਭੋਗ ਪਿਆ ਸੀ, ਹੁਣ ਨੌਵੇਂ ਪਾਤਸ਼ਾਹ ਬੋਲ ਰਹੇ ਸਨ, ਕਿੰਨੇ ਪਿਆਰ ਦੇ ਵਿੱਚ। ਹੁਕਮਨਾਮਾ ਹੋਊਗਾ, ਗੁਰੂ ਸਾਹਿਬ ਜੀ ਬੋਲਣਗੇ ਕਿੰਨੇ ਪਿਆਰ ਵਿੱਚ। ਪਰ ਜਦੋਂ ਅਸੀਂ ਬੋਲਾਂਗੇ, ਗੁਰਬਾਣੀ ਵਿੱਚ ਮਹਾਰਾਜ ਜੀ ਕਹਿੰਦੇ ਜਦ ਬੋਲੇ ਤਬ ਫੀਕੇ। ਕਹਿੰਦੇ ਜਦੋਂ ਅਸੀਂ ਬੋਲਾਂਗੇ ਬਸ ਫਿੱਕੇ ਹੀ ਵਚਨ ਹੋਣਗੇ, ਸਾਡੇ ਕੌੜੀ ਵਚਨ, ਕੜਤਣ ਭਰੀ ਹੋਣਗੇ। ਤੇ ਇਹ ਆਵਾਜ਼ ਜੋਗੀ ਰਾਜ ਦੇ ਕੰਨਾਂ ਵਿੱਚ ਪਈ। ਬੜਾ ਪਿਆਰ ਦੇ ਵਿੱਚ ਆ ਕੇ ਹੱਥ ਬੰਨ੍ਹ ਕੇ ਬੋਲਿਆ, ਮਹਾਰਾਜ ਤੁਸੀਂ ਧੰਨ ਹੋ, ਤੁਹਾਡੀ ਕਿਰਪਾ, ਤੁਹਾਡੀ ਮਿਹਰ ਹੋ ਗਈ ਮੇਰੇ ਉੱਤੇ। ਤੁਹਾਡੀ ਮਿਹਰ ਦਾ ਸਦਕਾ ਜਿਹੜਾ ਨਾ ਉਹਨਾਂ ਸਤਿਗੁਰ ਨੇ ਕਿਰਪਾ ਕੀਤੀ ਹੈ, ਬਖਸ਼ਿਸ਼ ਕੀਤੀ ਹੈ। ਰਸਤੇ ਵਿੱਚ ਵੀ ਬੜਾ ਮੈਂ ਵਧੀਆ ਆਇਆ ਤੁਹਾਡੀ ਕਿਰਪਾ ਦੇ ਨਾਲ ਸੱਚੇ ਪਾਤਸ਼ਾਹ। ਸੋ ਇੱਕ ਜ਼ਰੂਰੀ ਬੇਨਤੀ ਹੈ ਪ੍ਰਬੰਧਕਾਂ ਵੱਲੋਂ, ਭਾਈ ਚਲੋ ਵੈਸੇ ਤਾਂ ਗੁਰੂ ਘਰ ਦਾ ਜਿਹੜੀ ਬਾਬਿਆਂ ਦੀ ਸੇਵਾ ਜਿਹੜੀ ਚੱਲ ਰਹੀ ਹੈ, ਪਰ ਚਲੋ ਆਪਾਂ ਆਪਣੀ ਬੁੱਧ ਜੇਤੀ ਵੀ ਇੱਥੇ ਕਹਿੰਦੇ ਕੋਈ ਕਮੇਟੀ ਬਣਾਉਣੀ ਹੈ 13 ਮੈਂਬਰੀ, 25 ਮੈਂਬਰੀ, 26 ਮੈਂਬਰ ਨੂੰ ਰੱਖ ਲਓ ਵਿੱਚ, ਕਿਉਂਕਿ ਸਾਨੂੰ ਸਾਲ ਬਾਅਦ ਫਿਰ ਲੋੜ ਤਾਂ ਪੈਂਦੀ ਹੈ ਸਾਡੀ ਨਾ, ਤੇ ਕਰਕੇ ਅਸੀਂ ਵੀ ਨਾਲ ਹੀ ਵਿੱਚ ਹੀ ਮੰਦਰ ਦੇ ਭਾਂਡੇ ਚੱਕਦੇ ਫਿਰੀ ਜਾਵਾਂਗੇ। ਇਸ ਕਰਕੇ ਆਓ 25 ਮੈਂਬਰੀ ਕਮੇਟੀ ਬਣਾਉਣੀ ਹੈ। ਉਹਦੇ ਵਿੱਚ ਹੈ ਹਾਂ ਚਲੋ 25 ਤੋਂ ਗਾਹਾਂ ਹੀ ਲਗਾ ਦਾਂਗੇ। ਭਾਈ ਗੰਦੂਰ ਸਿੰਘ ਕਹਿਣ ਲੱਗਿਆ ਮੈਂ 26 ਕਿਹਾ ਸੀ, ਮੇਰੇ ਕੋਲ ਤਾਂ 1000 ਰੁਪਏ ਹੈ ਨਹੀਂ, ਇਹ ਵੀ ਚਲੋ ਸ਼ੁਕਰ ਹੈ ਭਾਈ। ਵੀ 25-26 ਮੈਂਬਰੀ ਜਿਹੜੀ ਕਮੇਟੀ ਬਣਾਉਣ ਦੇ ਵਿੱਚ ਆਪਾਂ ਆਪਣੇ ਨਾਮ ਦਰਜ ਕਰਾਓ। ਮੇਰੇ ਹਿਸਾਬ ਨਾਲ ਤਾਂ ਗੰਦੂਰ ਸਿੰਘ ਤਾਂ ਨਹੀਂ ਕਿਸੇ ਨੇ ਕਰਾਉਣਾ ਨਾ, ਭੱਜਣਗੇ ਮੈਨੂੰ ਪਤਾ। ਸਾਡੇ ਵਾਲੇ ਭੱਜ ਗਏ ਉੱਧਰ, ਜਿਹੜੇ ਖੂਹ ਵਾਲੇ ਸੀ ਸਾਰੇ ਭੱਜ। ਉਹ ਧੱਕੇ ਨਾਲ ਲਿਖੀ, ਚੱਲ ਆਪਾਂ ਬੋਲ ਦਾਂਗੇ ਵੀ ਆਹ ਬੰਦਿਆਂ ਦੇ ਨਾਂ ਨੇ ਭਾਈ। ਤੇ ਉਹ ਜ਼ਰੂਰ ਭਾਈ ਕਿਰਪਾ ਕਰਿਓ ਬਾਬਾ ਜੀ ਦੀ ਸੇਵਾ ਦੇ ਵਿੱਚ, ਜਿਹੜਾ ਆਪਾਂ ਅੱਗੇ ਨੂੰ ਵੀ ਗਾਹਾਂ ਨੂੰ ਵੀ ਇਹ ਜਿਹੜਾ ਹੋਰ ਇਹਨੂੰ 4 ਚੰਦ ਲਾਉਣੇ ਨੇ। 11 ਸਾਲ ਹੋ ਗਏ ਬਾਬਾ ਨੂੰ ਇਹੀ ਕੰਮ ਰਿਹਾ। ਪੂਰੇ ਇੱਥੇ ਸ਼ੈੱਡ ਪੈ ਜਾਵੇ, ਦੇਖੋ ਜਿਵੇਂ ਹੁਣ ਧੁੰਦ ਪੈਂਦੀ ਹੈ, ਇੱਥੋਂ ਤੱਕ ਸ਼ੈੱਡ ਵਧਾ ਕੇ ਪੈ ਜਾਵੇ। ਇਹ ਪੈਣਾ ਤੁਹਾਡੀ ਕਿਰਪਾ ਦੇ ਨਾਲ ਹੀ ਆ। ਇੱਥੇ ਜਿਹੜਾ ਬੀਜ ਦੋਗੇ ਨਾ, ਇਹ ਦਰਗਾਹ ਦੇ ਵਿੱਚ ਹਰਾ ਹੈ,
ਤੇ ਬਾਬਾ ਜੀ ਸਾਡੇ ਕਹਿੰਦੇ ਹੁੰਦੇ ਸੀ, ਵਿੱਚ ਦਰਗਾਹ ਦੇ ਵੇਲਾ ਹਰੀਆਂ ਧਰਮੀਆਂ, ਵਿੱਚ ਦਰਗਾਹ ਦੇ ਹਰੀਆਂ ਵੇਲਾ ਧਰਮੀਆਂ, ਦਰਗਾਹ ਦੇ ਹਰੀਆਂ ਵੇਲਾ ਧਰਮੀਆਂ, ਦਰਗਾਹ ਦੇ ਹਰੀਆਂ ਵੇਲਾ ਧਰਮੀਆਂ, ਵਿੱਚ ਦਰਗਾਹ ਦੇ ਹਰੀਆਂ ਵੇਲਾ ਧਰਮੀਆਂ, ਦਰਗਾਹ ਦੇ ਹਰੀਆਂ ਵੇਲਾ ਧਰਮੀਆਂ। ਅੱਜ ਕਹਿੰਦੇ ਜੋ ਬਾਬੇ ਕੋ ਦਾਮ ਨਾ ਦੇ ਹੈ ਸੋ ਫਿਰ ਬਾਬਰ ਕੇ ਦੇ ਹੈ। ਲੈ ਤਾਂ ਲੈਂਦੀ ਨੇ, ਪਰ ਜੇ ਆਪਾਂ ਸਿੱਧੇ ਜੋ ਕੇ ਦੇ ਦਈਏ, ਜਿਵੇਂ ਅਕਬਰ ਬਾਦਸ਼ਾਹ ਦੇ ਬੀਰਬਲ ਰੱਖਿਆ ਹੋਇਆ ਸੀ, ਸਿਆਣਾ ਵਜ਼ੀਰ ਸੀ, ਉਸ ਅਕਬਰ ਨੇ ਹਟਾ ਕੇ 3 ਹੋਰ ਰੱਖ ਲਏ। ਮੇਰੇ ਵਰਗੇ ਸੀ 3 ਵਿਹਲੜ ਜੇ ਉਹ ਹੋਰ ਰੱਖ ਲਏ, ਅਕਬਰ ਨੂੰ ਘਰ ਵਿੱਚ ਤੋਰਤਾ ਵਿਰੋਧੀਆਂ ਨੇ। ਕਹਿਣ ਲੱਗੇ ਜੀ, ਇੱਕ ਦਿਨ ਅਕਬਰ ਬਾਦਸ਼ਾਹ ਨੇ ਕਿਹਾ, ਦੇਖੀ ਇਹਨਾਂ ਦੀ ਪਰਖ ਕਰਕੇ ਉਹਨਾਂ ਨੂੰ 3 ਰੁਪਏ ਦੇ ਦਿੱਤੇ। 3 ਰੁਪਏ ਦੇ ਕੇ ਉਹ ਕਹਿੰਦਾ, ਲਓ ਵੀ 1 ਰੁਪਏ ਦੀ ਅਬ ਲਿਆਓ, 1 ਦੀ ਤਬ ਲਿਆਓ, 1 ਦੀ ਅਬ ਹੋਵੇ ਨਾ ਤਬ ਹੋਵੇ। ਉਹ 3 ਹੀ ਲੈ ਕੇ ਰੁਪਏ ਤੁਰ ਪਏ। ਜਿਹੜੀ ਦੁਕਾਨ ਤੇ ਜਾਂਦੇ ਨੇ ਉਹ ਤੇ ਜਾ ਕੇ ਅਰਜ਼ ਕਰਦੇ ਨੇ, ਲੈ ਬਈ 1 ਰੁਪਏ ਦੀ ਅਬ ਦੇ ਦਿਓ, 1 ਦੀ ਤਬ ਦੇ ਦਿਓ, 1 ਦੀ ਅਬ ਹੋਵੇ ਨਾ ਤਬ ਹੋਵੇ। ਕਹਿਣ ਲੱਗੇ ਵੀ ਇਹ ਤਾਂ ਕੋਈ ਚੀਜ਼ ਹੀ ਨਹੀਂ ਹੈ, ਮਠਿਆਈ ਲੈ ਜਾਓ ਜਿੰਨੀ ਮਰਜ਼ੀ, ਕੱਪੜਾ ਲੈ ਜਾਓ ਜਿੰਨਾ ਮਰਜ਼ੀ, ਪਰ ਇਹ ਵਸਤੂ ਸਾਡੇ ਕੋਲ ਨਹੀਂ ਹੈ। ਅੱਗੇ ਗਏ ਸਾਰੇ ਬਾਜ਼ਾਰ ਦੇ ਵਿੱਚ ਗੇੜਾ ਦੇ ਕੇ ਵਾਪਸ ਮੁੜੇ। 3 ਰੁਪਏ ਲਿਆ ਕੇ ਅਕਬਰ ਬਾਦਸ਼ਾਹ ਮੂਹਰੇ ਭੁਗਾ ਕੇ ਮਾਰੇ, ਚੱਕ ਸਾਰਾ ਦਿਨ ਭੁੱਖਣ ਭਾਣੇ ਮਾਰਿਆ। ਇਹ ਤਾਂ ਕੋਈ ਚੀਜ਼ ਨਹੀਂ ਹੈ ਜਿਹੜੀ ਤਾਂ ਮੰਗਾਈ ਹੈ। ਉਹ ਕਹਿਣ ਲੱਗੇ, ਹੈ ਤਾਂ ਜ਼ਰੂਰ, ਪਰ ਲਿਆਓ ਮੇਰਾ ਬੀਰਬਲ ਕਿੱਥੇ ਹੈ, ਪੁਰਾਣਾ ਜਿਹੜਾ ਮੇਰਾ ਮਿੱਤਰ ਹੈ ਨਾ, ਉਹਨੂੰ ਲਿਆਓ ਬੁਲਾ ਕੇ। ਲਿਆਂਦਾ ਗਿਆ ਬੀਰਬਲ, ਆ ਲੈ ਵੀ 3 ਰੁਪਏ, 1 ਦੀ ਅਬ ਲਿਆ, 1 ਦੀ ਤਬ ਲਿਆ, 1 ਦੀ ਅਬ ਹੋਵੇ ਨਾ ਤਬ ਹੋਵੇ। ਕਹਿੰਦਾ ਹੁਣੀ ਆਇਆ 2 ਮਿੰਟਾਂ 'ਚ ਮੁੜਿਆ ਜੀ ਮੈਂ ਤਾਂ। 3 ਰੁਪਏ ਚੁੱਕੇ। ਇੱਕ ਅੱਗੇ ਮਠਿਆਈ ਵਾਲੀ ਦੁਕਾਨ ਸੀ ਹਲਵਾਈ ਦੀ, ਉੱਥੋਂ 1 ਰੁਪਈਆ ਉਹਨੇ 1 ਰੁਪਏ ਦੀ ਮਠਿਆਈ ਲੈ ਲਈ। ਵਾਹਵਾ ਆ ਗਈ ਮਠਿਆਈ ਜਿਹੜੀ ਸੀ। 1 ਰੁਪਈਆ ਕਿਤੇ ਇਸੇ ਤਰ੍ਹਾਂ ਜਿਵੇਂ ਬਾਬਾ ਰਾਣਾ ਜੀ ਦਾ ਸਮਾਗਮ ਚੱਲ ਰਿਹਾ ਹੈ, 1 ਰੁਪਈਆ ਜਾ ਕੇ ਉੱਥੇ ਗੋਲਕ ਵਿੱਚ ਪਾ ਦਿੱਤਾ। 1 ਬਚ ਗਏ। ਇੱਕ ਕਿਤੇ ਬੇਸਵਾ ਗਾਈ ਜਾਂਦੀ ਸੀ, ਖੜੀ ਗਾਉਣ ਵਾਲੇ ਲੱਗੇ ਹੋਏ ਸੀ, 1 ਰੁਪਈਆ ਜਾ ਕੇ ਉੱਥੇ ਦੇ ਆਇਆ। ਕਿੰਨਾ ਕੁ ਟਾਈਮ ਲੱਗਿਆ ਹੁਣ? ਅੱਧਾ ਘੰਟਾ ਲੱਗਿਆ ਹੁਣ, ਆ ਗਿਆ। ਕਹਿਣ ਲੱਗਾ ਜੀ, ਆ ਲਓ 1 ਰੁਪਏ ਦੀ ਅਬ, ਮੂੰਹ ਮਿੱਠਾ ਕਰੋ, ਮਠਿਆਈ ਖਾਓ, ਇਹ ਅਬ ਹੈ। ਅਕਬਰ ਕਹਿਣ ਲੱਗਾ ਵੀ ਠੀਕ ਹੈ, ਇਹ ਤਾਂ ਬਹੁਤ ਵਧੀਆ। 1 ਰੁਪਏ ਦੀ ਤਬ, ਕਹਿੰਦਾ 1 ਰੁਪਈਆ ਕਿਤੇ ਧਰਮ ਦਾ ਕੰਮ ਹੋ ਰਿਹਾ ਸੀ, ਮੈਂ ਉੱਥੇ ਤੁਹਾਡਾ ਬੀਜਿਆ ਆ, 10 ਗੁਣਾ ਇੱਥੇ ਤੇ 70 ਗੁਣਾ ਅੱਗੇ ਤੁਹਾਨੂੰ ਮਿਲਣਗੇ। ਕਹਿਣ ਲੱਗਾ ਵੀ ਇਹ ਵੀ ਠੀਕ ਹੈ। 1 ਦੀ ਅਬ ਹੋਵੇ ਤਬ, ਕਹਿਣਾ ਕਿ ਵੀ ਉਹ ਤਾਂ ਹੁਣ ਮੈਂ ਸੌਖੇ ਦੇ ਸ਼ਬਦਾਂ ਵਿੱਚ ਕਹਿ ਦੇਣਾ, ਠੇਕੇ ਤੇ ਦੇ ਆਇਆ ਨਾ, ਇੱਥੇ ਨਾ ਕਿਤੇ ਹੋਰ ਮਿਲਣ। ਬੋਲੋ ਸਤਿਨਾਮ। ਉਹ ਤੁਹਾਨੂੰ ਕਿਤੇ ਨਹੀਂ ਮਿਲਣੇ। ਜਿਹੜੇ ਤਾਂ ਇੱਥੇ ਬਾਬੇ ਦੇ ਜਿਹੜਾ ਬੀਜ ਦੂਗਾ ਤੇ ਕਮੇਟੀ ਵਿੱਚ ਮੈਂਬਰ ਵੀ ਬਣ ਜੂਗਾ, ਪਰ ਦੇਖਿਓ ਬਣ ਜ਼ਰੂਰ ਜਾਇਓ, ਪਰ ਇਹਦੇ ਵਿੱਚ ਬੜਾ ਕੁਝ ਕਰਨਾ ਪੈਂਦਾ, ਦੇਖਣਾ ਬੜਾ ਕੁਝ ਪੈਂਦਾ। ਕਿਹੜਾ? ਹਾਥੀਆਂ ਦੀ ਤੋਰ ਤੁਰੀਏ, ਦਿਲ ਰੱਖੀਏ ਪਹਾੜਾਂ ਵਰਗੇ, ਹਾਥੀਆਂ ਦੀ ਤੋਰ ਤੁਰੀਏ, ਦਿਲ ਰੱਖੀਏ ਪਹਾੜਾਂ ਵਰਗੇ, ਹਾਥੀਆਂ ਦੀ ਤੋਰ ਤੁਰੀਏ, ਦਿਲ ਰੱਖੀਏ ਪਹਾੜਾਂ ਵਰਗੇ, ਹਾਥੀਆਂ ਦੀ ਤੋਰ ਤੁਰੀਏ। ਚਲੋ ਖੈਰੇ ਸੱਚੇ ਮਾਰਗ ਚਲਦਿਆਂ ਉਸਤਤ ਕਰੇ ਜਹਾਨ, ਮਾਰਗ ਉੱਤੇ ਚੱਲਣਾ ਪਰਮਾਤਮਾ ਦੇ, ਇਹ ਵੀ ਬਹੁਤ ਜ਼ਰੂਰੀ ਹੈ। ਪਰ ਆਓ ਜੋੜਿਓ ਖਿਆਲ ਆਪਣੇ ਉੱਥੇ। ਮੈਂ ਬੇਨਤੀ ਕਰਾਂ, ਬਸ 10:30 ਵਜੇ ਮੈਨੂੰ ਕਿਹਾ ਸੀ ਬਾਬਾ ਜੀ ਨੇ 40 ਹੋ ਗਏ, ਆਉਣ ਵਾਲੇ ਹੋਣਗੇ। ਧੁੰਦ ਨੇ ਥੋੜਾ ਜਿਹਾ ਅੱਜ ਰੋਕ ਦਿੱਤਾ, ਧੁੰਦ। ਤੇ ਦੂਸਰੀ ਗੱਲ ਹੈ, ਇੱਧਰੋਂ ਬਾਲੀਆਂ ਤੋਂ ਸੰਗਰੂਰ ਸਾਈਡ ਤੋਂ ਬਾਬਾ ਜੀ ਛੇਤੀ ਆ ਜਾਂਦੇ। ਹੁਣ ਮੁਕਤਸਰ ਦੇ ਕੋਲੇ ਉਹਨਾਂ ਦੇ ਇੱਕ ਸਥਾਨ ਹੋਰ ਸੰਭਿਆ, ਚੱਕ ਗਿਲਜੀ ਵਾਲਾ ਪਿੰਡ ਹੈ ਮੁਕਤਸਰ ਦੇ ਕੋਲੇ, ਤੇ ਉੱਥੋਂ ਮਹਾਂਪੁਰਖਾਂ ਨੇ ਆਉਣਾ, ਹਾਜ਼ਰੀ ਭਰਨੀ। ਆਓ ਥੋੜਾ ਸਮਾਂ ਹੋਰ ਜੁੜੀਏ। ਜੇ ਕਿਸੇ ਕੋਲ ਫੋਨ ਹੈ ਤਾਂ ਜ਼ਰੂਰ ਮਾੜਾ ਜਿਹਾ ਕਰ ਲਓ, ਪਤਾ ਕਰ ਲਓ ਵੀ ਕਿੰਨੇ ਕੁ ਟਾਈਮ ਦੇ ਕਰਾਉਂਦੇ ਨੇ। ਉਹਨਾਂ 'ਚ ਰਾਓ ਆਪਾਂ ਗੁਰੂ ਸ਼ਬਦ ਦੇ ਨਾਲ ਪਿਆਰ ਦੇ ਵਿੱਚ ਆ ਕੇ ਭਾਈ ਤਿਲਕੂ ਬੈਠ ਗਿਆ, ਗੁਰੂ ਅਰਜਨ ਦੇਵ ਮਹਾਰਾਜ ਜੀ ਬੈਠੇ, ਬੜੇ ਪਿਆਰ ਦੇ ਆ ਕੇ ਬਚਨ ਕਰੇ, ਭਾਈ ਤਿਲਕੂ ਉਹ ਦੱਸ ਤੂੰ ਕਿਵੇਂ ਹੈ? ਠੀਕ ਠਾਕ ਹੈ? ਹਾਂ ਤੁਹਾਡੀ ਕਿਰਪਾ ਹੈ। ਗੱਲਾਂ ਕਰਦਿਆਂ ਜਲ ਪਾਣੀ ਦੀ ਸੇਵਾ ਕਰੀ।
ਗੁਰੂ ਅਰਜਨ ਦੇਵ ਮਹਾਰਾਜ ਜੀ ਕਹਿਣ ਲੱਗੇ, ਭਾਈ ਤਿਲਕੂ ਮੈਨੂੰ ਇਉਂ ਲੱਗਦਾ ਜਿਵੇਂ ਇੱਕ ਤੇਰਾ ਕੰਨ ਤੇ ਮੁੰਦਰ ਨਹੀਂ ਹੈ। ਹਰੇਕ ਮਨੁੱਖ ਦੇ ਦੋ ਕੰਨ ਹੁੰਦੇ ਨੇ, ਪਰ ਮੈਨੂੰ ਇਉਂ ਲੱਗਦਾ ਭਾਈ ਤਿਲਕੂ ਤੇਰਾ ਇੱਕ ਕੰਨ ਨਹੀਂ, ਇੱਕ ਕੰਨ ਵੀ ਗਾਇਬ ਹੈ, ਇੱਕ ਮੁੰਦਰ ਵੀ ਗਾਇਬ ਹੈ। ਸਤਿਗੁਰੂ ਦੇ